ਬਿਲਕੁਲ ਸਿਰੇ ਤੇ ਹੋ ਗਈ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਜਣ ਸੱਚਾ ਪਾਤਸ਼ਾਹ ਸਿਰ ਸਾਧ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਕਬੀਰ ਜੀਓ ਅਮਰ ਅਮਲ ਸਿਰਾਨੋ ਲੇਖਾ ਦੇਨਾ ਆਏ ਕਠਨ ਦੂਤ ਜਮ ਲੈਨਾ ਕਿਆ ਤੈ ਖਟਿਆ ਕਹਾਂ ਗਵਾਇਆ ਚਲੋ ਹੋ ਸਿਤਾਬ ਦੀਵਾਨ ਬੁਲਾਇਆ ਅਮਲ ਸਿਰਾਨੋ ਲੇਖਾ ਦੇਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੋਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਸਤਿਕਾਰ ਦੇ ਸਾਹਿਤ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ।
ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਕਬੀਰ ਜੀਓ। ਸੋਹੀ ਰਾਗ ਦੇ ਵਿੱਚ ਭਗਤ ਕਬੀਰ ਜੀਓ ਦਾ ਇਹ ਪਾਵਨ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਭਗਤ ਕਬੀਰ ਸਾਹਿਬ ਜੀ ਦੇ ਗੁਆਂਢ ਵਿੱਚ ਕੋਈ ਆਦਮੀ ਜਦੋਂ ਚੜ੍ਹਾਈ ਕਰਨ ਲੱਗਾ, ਯਮਦੂਤਾਂ ਨੇ ਆ ਕੇ ਵਿਖਾਈ ਦਿੱਤੀ ਤਾਂ ਡਰਦਾ ਅਤੇ ਕੰਬਦਾ ਹੋਇਆ ਕਹਿਣ ਲੱਗਾ ਕਿ ਹੇ ਯਮਦੂਤੋ, ਮੇਰੇ ਕੋਲ ਬਹੁਤ ਸਾਰਾ ਧਨ ਹੈ, ਤੁਸੀਂ ਉਹ ਲੈ ਲਵੋ ਅਤੇ ਮੈਨੂੰ ਛੱਡ ਦੇਵੋ। ਅੱਗੋਂ ਯਮਦੂਤ ਕਹਿਣ ਲੱਗੇ ਕਿ ਜੇਕਰ ਅਸੀਂ ਧਨ ਲੈ ਕੇ ਛੱਡ ਜਾਇਆ ਕਰੀਏ ਤਾਂ ਸਾਰੇ ਰਾਜੇ ਅਤੇ ਅਮੀਰ ਲੋਕ ਹਮੇਸ਼ਾ ਹੀ ਜਿਉਂਦੇ ਹੀ ਰਹੀ ਜਾਣ, ਕੋਈ ਵੀ ਪਰਲੋਕ ਨੂੰ ਜਾ ਜਾਵੇ। ਅਸੀਂ ਧਨ ਦੀ ਵੱਢੀ ਲੈ ਕੇ ਤੈਨੂੰ ਛੱਡ ਕੇ ਨਹੀਂ ਜਾ ਸਕਦੇ। ਕਹਿੰਦਾ ਅੱਧਾ ਤੁਹਾਡਾ ਅਤੇ ਅੱਧਾ ਮੇਰਾ। ਕਹਿੰਦੇ ਨਹੀਂ। ਫਿਰ ਤੀਜਾ ਹਿੱਸਾ ਅਤੇ ਫਿਰ ਕਹਿੰਦਾ ਵੀ ਸਾਰਾ ਹੀ ਚੁੱਕੋ, ਮੈਨੂੰ ਨਹੀਂ ਲੋੜ ਪੈਸੇ ਦੀ, ਅਤੇ ਤੁਸੀਂ ਮੌਜਾਂ ਮਾਣੋ ਅਤੇ ਮੈਨੂੰ ਛੱਡ ਦਿਓ। ਇਹ ਉਹਨੇ ਲਾਲਚ ਦਿੱਤਾ ਕਿ ਮੈਂ ਘਾਹ ਖੋਦ ਕੇ ਗੁਜ਼ਾਰਾ ਕਰ ਲਵਾਂਗਾ, ਮੇਰਾ ਸਾਰਾ ਧਨ ਤੁਸੀਂ ਲੈ ਜਾਵੋ ਪਰ ਮੈਨੂੰ ਦੁਨੀਆ 'ਚ ਰਹਿਣ ਦਿਓ। ਯਮਦੂਤ ਕਹਿਣ ਲੱਗੇ ਕਿ ਅਸੀਂ ਤੈਨੂੰ ਲੈ ਕੇ ਜਾਣਾ ਹੀ ਜਾਣਾ ਹੈ। ਫਿਰ ਉਹ ਵਿਚਾਰਾ ਕਹਿਣ ਲੱਗਾ ਕਿ ਜਿੱਥੇ ਮੇਰੀ ਮਾਇਆ ਦੱਬੀ ਹੋਈ ਹੈ ਮੈਨੂੰ ਉੱਥੇ ਲੈ ਜਾਵੋ, ਉਹ ਮੇਰੀ ਸਹਾਇਤਾ ਕਰੇਗੀ। ਯਮਦੂਤ ਉੱਥੇ ਲੈ ਗਏ। ਉਹਨੇ ਧਨ ਨੂੰ ਕਿਹਾ ਕਿ ਮੈਂ ਸਾਰੀ ਉਮਰ ਤੇਰੇ ਅੱਗੇ ਧੂਪ ਦਿਖਾਈ ਹੈ, ਧੰਨ ਲక్ష్ਮੀ ਮਾਤਾ, ਧੰਨ ਲక్ష్ਮੀ ਮਾਤਾ, ਅਤੇ ਤੂੰ ਹੀ ਮੇਰੀ ਸਹਾਇਤਾ ਕਰ। ਤੈਨੂੰ ਹਵਾ ਵੀ ਨਹੀਂ ਲੱਗਣ ਦਿੱਤੀ, ਕਦੇ ਪੁੰਨ ਦਾਨ ਵਿੱਚ ਖਰਚਿਆ ਵੀ ਨਹੀਂ, ਮੇਰੀ ਮਦਦ ਕਰ। ਉਸ ਵੇਲੇ ਮਾਇਆ ਨੇ ਆਪਣੀ ਸ਼ਕਤੀ ਦੁਆਰਾ ਇਸਤਰੀ ਦਾ ਰੂਪ ਧਾਰਨ ਕਰਕੇ ਕਿਹਾ ਕਿ ਤੂੰ ਤਾਂ ਮੇਰੀ ਮੱਤ ਮਾਰੀ ਰੱਖੀ, ਮਿੱਟੀ 'ਚ ਮੇਰਾ ਦਮ ਘੁੱਟ ਕੇ ਰੱਖਿਆ, ਜਾਂ ਮੇਰਾ ਵੀ ਤੈਨੂੰ ਸ਼ਰਾਪ ਹੈ ਕਿ ਤੂੰ ਵੀ ਨਰਕਾਂ 'ਚ ਪਏ, ਤੇਰਾ ਵੀ ਸਾਹ ਨਾ ਨਿਕਲੇ। ਇੰਝ ਬਹੁਤ ਨਿਰਾਸ਼ ਹੋਇਆ ਅਤੇ ਯਮਦੂਤਾਂ ਨੇ ਪਕੜ ਕੇ ਪਰਲੋਕ ਨੂੰ ਤੋਰ ਲਿਆ। ਸੋ ਜਿਵੇਂ ਉਸ ਮਰਦੇ ਬੰਦੇ ਦੀ ਹਾਲਤ ਹੋਈ, ਹੁਣ ਸਾਨੂੰ ਤਾਂ ਪਤਾ ਨਹੀਂ, ਇੱਕ ਤਾਂ ਮਰਨ ਵਾਲੇ ਨੂੰ ਪਤਾ ਅਤੇ ਇੱਕ ਕਬੀਰ ਜੀ ਨੂੰ ਪਤਾ, ਜਾਂ ਜਿਨ੍ਹਾਂ ਪੁਰਖਾਂ ਨੇ ਸਾਰੀ ਉਮਰ ਪਰਮੇਸ਼ਰ ਦਾ ਭਜਨ ਸਿਮਰਨ ਨਹੀਂ ਕੀਤਾ, ਕੋਈ ਨੇਕੀ ਨਹੀਂ ਕੀਤੀ, ਸਗੋਂ ਕਿ ਮਾਇਆ ਜੋੜਨ ਅਤੇ ਵਿਸ਼ੇ ਭੋਗਣ ਵਿੱਚ ਹੀ ਸਦਾ ਲੱਗੇ ਰਹੇ, ਉਹਨਾਂ ਦੀ ਅੰਤ ਵੇਲੇ ਦੀ ਹਾਲਤ ਕਬੀਰ ਸਾਹਿਬ ਜੀ ਇੰਜ ਬਿਆਨ ਕਰਦੇ ਨੇ। ਅਤੇ ਜਿਨ੍ਹਾਂ ਨੇ ਸਿਮਰਨ ਭਜਨ 'ਚ ਚਿੱਤ ਜੋੜਿਆ ਉਹਨਾਂ ਦੀ ਅਵਸਥਾ ਵੀ ਅੱਗੇ ਕਥਨ ਕਰਨਗੇ। ਪਿਆਰ ਨਾਲ ਸੁਣੋ ਜੀ। ਅਮਲ ਸਿਰਾਨੋ ਲੇਖਾ ਦੇਨਾ। ਕਰਮਾਂ ਦੇ ਬੀਤਿਆਂ ਭਾਵ ਪ੍ਰਾਲਬਧ ਪੂਰੀ ਹੋਈ ਤੋਂ ਹਿਸਾਬ ਕਿਤਾਬ ਦੇਣਾ ਪਵੇਗਾ। ਇਸੇ ਪ੍ਰਕਾਰ ਅਮਲ ਸਿਰਾਨੋ ਲੇਖਾ ਦੇਨਾ। ਪਰਮੇਸ਼ਰ ਦੇ ਹੁਕਮ ਅਨੁਸਾਰ ਪ੍ਰਾਲਬਧ ਮੁੱਕਣ ਤੋਂ ਕਿ ਇੰਨੇ ਸਾਲ, ਇੰਨੇ ਮਹੀਨੇ, ਇੰਨੇ ਪਹਿਰ, ਇੰਨੀਆਂ ਘੜੀਆਂ, ਇੰਨੇ ਸਵਾਸ ਲੈ ਕੇ ਜਿਉਣਾ, ਇਹ ਮੁੱਕਣ ਤੋਂ ਜੋ ਜ਼ਿੰਦਗੀ 'ਚ ਕਰਮ ਕੀਤੇ ਨੇ ਉਹਨਾਂ ਅਨੁਸਾਰ ਲੇਖਾ ਦੇਣਾ ਪਵੇਗਾ। ਇਸ ਵਾਸਤੇ ਆਏ ਕਠਨ ਦੂਤ ਜਮ ਲੈਨਾ। ਕਰੜੇ ਸੁਭਾਅ ਵਾਲੇ ਜਿਹੜੇ ਧਰਮ ਰਾਜੇ ਦੇ ਦੂਤ ਨੇ,
ਉਹ ਲੈਣ ਵਾਸਤੇ ਆ ਗਏ, ਪਹੁੰਚ ਗਏ ਹਨ। ਕਿਆ ਤੈ ਖਟਿਆ ਕਹਾ ਗਵਾਇਆ। ਉਹ ਯਮਦੂਤ ਕਹਿਣਗੇ ਕਿ ਹੇ ਜੀਵ, ਪਰਮੇਸ਼ਰ ਨੇ ਜੋ ਤੈਨੂੰ ਸਵਾਸਾਂ ਦੀ ਪੂੰਜੀ ਦਿੱਤੀ ਸੀ, ਉਹਦੇ ਨਾਲ ਤੂੰ ਕੀ ਖਟਿਆ ਕਮਾਇਆ ਤੇ ਉਹਨੂੰ ਕਿੱਥੇ ਗਵਾਇਆ, ਭਾਵ ਖਰਚ ਕੀਤਾ ਹੈ, ਮੈਨੂੰ ਦੱਸ ਤਾਂ ਸਹੀ। ਫਿਰ ਇਹਨੂੰ ਕੋਈ ਜਵਾਬ ਨਹੀਂ ਆਏਗਾ। ਚਲੋ ਸਿਤਾਬ ਦੀਵਾਨ ਬੁਲਾਇਆ। ਇਹ ਵੇਖੀ ਜਾਏਗਾ, ਕੁਛ ਬੋਲਣ ਦੀ ਜਾਚ ਹੀ ਨਹੀਂ, ਕੀ ਜਵਾਬ ਦੇਵੇ। ਉਹ ਕਹਿਣਗੇ ਵੀ ਹੁਣ ਤੂੰ ਛੇਤੀ ਚੱਲ, ਇੱਥੋਂ ਨਿਕਲ ਤੁਰ, ਤੈਨੂੰ ਪਰਲੋਕ ਦੀ ਕਚਹਿਰੀ ਵਿੱਚ ਧਰਮ ਰਾਜੇ ਨੇ ਬੁਲਾਇਆ ਹੈ। ਚੱਲ ਦਰਹਾਲ ਦੀਵਾਨ ਬੁਲਾਇਆ। ਦਰਹਾਲ ਹੁਣੇ ਹੀ, ਸ਼ੀਘਰ ਹੀ ਚੱਲ, ਜਾਂ ਜਿਸ ਹਾਲਤ ਵਿੱਚ ਤੂੰ ਹੈ ਛੇਤੀ ਚੱਲ। ਇਸੇ ਹਾਲਤ ਵਿੱਚ ਤੈਨੂੰ ਹਾਕਮ ਭਾਵ ਧਰਮ ਰਾਜੇ ਨੇ ਕਚਹਿਰੀ ਵਿੱਚ ਬੁਲਾਇਆ ਹੈ। ਔਰ ਫੁਰਮਾਨ ਦਰਗਹਿ ਕਾ ਆਇਆ। ਜੀਵ ਕਹਿੰਦਾ ਕਿ ਮੈਨੂੰ ਧਰਮ ਰਾਜੇ ਨੇ ਕਿਉਂ ਬੁਲਾਇਆ, ਤਾਂ ਯਮ ਕਹਿੰਦੇ ਕਿ ਧਰਮ ਰਾਜੇ ਨੂੰ ਵੀ ਪਰਮੇਸ਼ਰ ਦੀ ਦਰਗਾਹ ਦਾ ਹੁਕਮ ਆਇਆ ਕਿ ਫਲਾਣਾ ਆਦਮੀ ਮੇਰੇ ਦੁਆਰਾ ਦਿੱਤੀ ਸਵਾਸਾਂ ਦੀ ਪੂੰਜੀ ਨੂੰ ਭੋਗ ਚੁੱਕਾ ਹੈ। ਧਰਮ ਰਾਜਾ ਜੀ ਉਸ ਨੂੰ ਪਰਲੋਕ ਦੇ ਵਿੱਚ ਹਾਜ਼ਰ ਕਰਕੇ ਉਹਦੇ ਤੋਂ ਹਿਸਾਬ ਲਵੋ। ਸੋ ਧਰਮ ਰਾਏ ਨੂੰ ਹੁਕਮ ਹੈ। ਬੈ ਸੱਚਾ ਧਰਮ ਵਿਚਾਰ। ਧਰਮ ਰਾਜਾ ਤਾਂ ਸਮਝ ਲਓ ਵੀ SHO ਹੈ, ਥਾਣੇ ਦਾ ਜ਼ਿੰਮੇਵਾਰ। ਹੁਕਮ ਤਾਂ ਆਰਡਰ ਤਾਂ ਉੱਪਰੋਂ ਆਉਂਦੇ ਨੇ ਮੰਤਰੀਆਂ ਦੇ, ਵੀ ਆਹ ਕਾਰਵਾਈ ਕਰੋ। ਤੋ ਇਸ ਵਾਸਤੇ ਇਹ ਪਰਮਾਤਮਾ ਦਾ ਹੁਕਮ ਹੈ। ਧਰਮ ਰਾਏ ਨੂੰ ਹੁਕਮ ਹੈ, ਵਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਸੋ ਰੱਬ ਦਾ ਹੁਕਮ ਆਇਆ ਕਿ ਫਲਾਣਾ ਆਦਮੀ, ਉਹਨੂੰ ਲੈ ਕੇ ਆਵੋ, ਜਲਦੀ ਹਾਜ਼ਰ ਕਰੋ। ਔਰ ਫੁਰਮਾਨ ਦਰਗਹਿ ਕਾ ਆਇਆ। ਪਰਮੇਸ਼ਰ ਦੀ ਦਰਗਾਹ ਦਾ ਉੱਪਰੋਂ ਸੱਚਖੰਡ ਤੋਂ ਹੁਕਮ ਧਰਮ ਰਾਜੇ ਨੂੰ ਆਇਆ ਹੈ। ਜਿਹੜੇ ਜ਼ਿੰਮੇਵਾਰ ਹੁੰਦੇ ਨੇ ਜਾਂ ਜੱਜ ਆਦਿਕ ਹੁੰਦੇ ਨੇ, ਉਹ ਮੁਜਰਮ ਦੀਆਂ ਅੱਖਾਂ 'ਚ ਅੱਖਾਂ ਕਦੀ ਨਹੀਂ ਪਾਉਂਦੇ, ਉਹਦੇ ਵੱਲ ਮੂੰਹ ਕਰਕੇ ਕਦੀ ਗੱਲ ਨਹੀਂ ਕਰਨਗੇ, ਕਿਉਂਕਿ ਉਹ ਤਾਂ ਮੁਜਰਮ ਹੈ, ਗੁਨਾਹਗਾਰ ਹੈ। ਤੋ ਇਸ ਵਾਸਤੇ ਵਕੀਲਾਂ ਦੇ ਨਾਲ ਗੱਲ ਕਰਨਗੇ। ਵਕੀਲ ਉਹਨੂੰ ਪੁੱਛ ਕੇ ਫਿਰ ਅੱਗੇ ਦੱਸੂਗਾ, ਸਿੱਧੀ ਗੱਲ ਨਹੀਂ ਉਹ ਕਰ ਸਕਦੇ ਜਿਹੜੇ ਮੁਜਰਮ ਨੇ। ਇਉਂ ਪਰਮਾਤਮਾ ਦੇ ਨਾਲ ਜਿਹੜੇ ਗੁਨਾਹਗਾਰ ਪਾਪੀ ਬੰਦੇ ਨੇ ਉਹ ਸਿੱਧਾ ਨਹੀਂ ਮਿਲ ਸਕਦੇ, ਕਚਹਿਰੀ ਥੱਲੇ ਲੱਗੀ ਹੋਈ ਹੈ। ਇਸ ਵਾਸਤੇ ਧਰਮ ਰਾਜੇ ਨੂੰ ਆਰਡਰ ਹੁੰਦਾ ਕਿ ਤੂੰ ਇਹਨਾਂ ਨੂੰ ਪੁੱਛ ਵੀ ਕਾਹਦੇ ਲਈ ਇਹਨਾਂ ਨੂੰ ਭੇਜਿਆ ਸੀ ਤੇ ਕਰਕੇ ਕੀ ਆਏ ਨੇ। ਗਾਂ ਉਹਨੇ ਵੀ ਆਪਦੇ ਲਿਆਉਣ ਵਾਸਤੇ ਯਮਦੂਤ ਰੱਖੇ ਹੋਏ ਨੇ, ਤੇ ਅੱਗੇ ਉਹਦੀ ਵੀ ਕਚਹਿਰੀ ਦੇ ਵਿੱਚ ਅੱਗੇ ਵਕੀਲ ਹਨ ਉਹਦੇ ਆਪਣੇ। ਰੱਬ ਦਾ ਵਕੀਲ ਧਰਮ ਰਾਜਾ ਹੈ, ਤੇ ਧਰਮ ਰਾਜੇ ਦੇ ਵਕੀਲ ਨੇ ਚਿੱਤਰ ਗੁਪਤ ਜਬ ਲੇਖਾ ਮੰਗ, ਤਬ ਕੌਣ ਪੜਦਾ ਤੇਰਾ ਢੱਕ ਹੈ। ਚਿੱਤਰ ਜਿਹੜਾ ਹੈ ਉਹ ਦਿਨ ਦਾ ਵਕੀਲ ਹੈ, ਗੁਪਤ ਜਿਹੜਾ ਰਾਤ ਦਾ ਵਕੀਲ ਹੈ, ਜੋ ਦਿਨ ਰਾਤ ਦੇ ਕੰਮਾਂ ਨੂੰ ਲਿਖੀ ਜਾਂਦਾ ਹੈ। ਸੋ ਮਹਾਰਾਜ ਵਾਹਿਗੁਰੂ ਦੀ ਦਰਗਾਹ ਸੱਚਖੰਡ ਤੋਂ ਧਰਮ ਰਾਜੇ ਨੂੰ ਹੁਕਮ ਆਇਆ ਕਿ ਫਲਾਣਾ ਆਦਮੀ, ਉਹਨੂੰ ਪੇਸ਼ ਕਰੋ, ਉਹਨੂੰ ਪੁੱਛੋ ਤੇ ਉਹਨੂੰ ਸਜ਼ਾ ਦੇ ਕੇ ਜੇਲ੍ਹ ਦੇ ਵਿੱਚ ਸੁੱਟੋ। 18 ਕਹਿੰਦੇ ਕੁੰਭੀ ਨਰਕ ਨੇ, ਧੱਕਾ ਮਾਰ ਕੇ ਜਿਸ ਤਰ੍ਹਾਂ ਖੂਹ 'ਚ ਸੁੱਟੀ ਦਾ ਇਸ ਤਰ੍ਹਾਂ ਸੁੱਟ ਦਿੰਦੇ ਨੇ, ਕੀੜਿਆਂ ਮਕੌੜਿਆਂ ਦੀ ਤਰ੍ਹਾਂ ਜੀਵ ਕੁਰਬਲ ਕਰਦੇ। ਇੰਨੀ ਸੜਿਆਣ ਦੇ, ਇੰਨੀ ਗਰਮੀ ਮਰ ਆਖਰਾਂ ਦੀ, ਤੇ ਇੰਨੀ ਡੰਡ ਰੌਲੀ ਪੈ ਰਹੀ ਹੈ ਵੀ ਮੇਰੀ ਆਵਾਜ਼ ਤੁਹਾਨੂੰ ਨਹੀਂ ਸੁਣਦੀ, ਤੁਹਾਡੀ ਮੇਰੀ ਮੈਨੂੰ ਨਹੀਂ ਸੁਣੇਗੀ। ਕੌਣ ਕੀ ਬੋਲ ਰਿਹਾ, ਇੰਨਾ ਰੌਲਾ ਪੈ ਰਿਹਾ। ਰੱਬ 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 ਰੱਬ। ਮਹਾਰਾਜਾ ਜਨਕ ਰੌਲਾ ਸੁਣ ਗਈ ਤਾਂ ਉਧਰ ਨੂੰ ਆਇਆ ਸੀ ਵੀ ਇੰਨਾ ਰੌਲਾ ਕਿਵੇਂ ਪੈ ਰਿਹਾ।
ਧਰਮੀ ਪੁਰਸ਼ ਸੀਗਾ, ਆਪਦੀ ਭਗਤੀ ਦੇ ਕੇ ਉਹਨੇ ਨਰਕ ਵਿਹਲੇ ਕਰ ਦਿੱਤੇ। ਪਰ ਹਰੇਕ ਦਾ ਰੌਲਾ ਤਾਂ ਨਹੀਂ ਇਸ ਤਰ੍ਹਾਂ ਸੁਣਦਾ। ਜਾਂ ਕਲਗੀਧਰ ਉਹਦੀ ਆਵਾਜ਼ ਸੁਣਦੇ ਨੇ ਜਿਹੜੇ ਮਹਾਰਾਜ ਦੇ ਬਚਨ ਕਮਾਉਂਦੇ ਨੇ। ਇਸ ਵਾਸਤੇ 4 ਵਜਰ ਕਰੈਤਾ ਤੋਂ ਬਚ ਕੇ ਰਹਿਣ ਦੀ ਆਗਿਆ, 5 ਕਕਾਰਾਂ ਦੀ ਮਰਿਆਦਾ ਵਿੱਚ ਵਿਚਰਨ ਦੀ ਆਗਿਆ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਕਈ ਅਨਭੋਲ ਹੀ ਬੋਲੀ ਜਾਂਦੇ ਨੇ, ਪਤਾ ਕੱਖ ਦਾ ਹੈ ਨਹੀਂ, ਆਪਦੇ ਘਰ ਦਾ ਨਹੀਂ ਉਹਨਾਂ ਨੂੰ ਪਤਾ ਵੀ ਘਰ ਕੀ ਹੋ ਰਿਹਾ। ਗੱਲਾਂ ਕਰਦੇ ਨੇ ਧਰਮ ਰਾਜੇ ਦੀਆਂ, ਪਰ ਲੋਕ ਦੀਆਂ ਆਖੇ ਜੀ ਉੱਥੇ ਕੁਛ ਨਹੀਂ ਹੈ, ਨਾ ਕੋਈ ਨਰਕ ਹੈ ਨਾ ਕੋਈ ਸਵਰਗ ਹੈ, ਕੋਈ ਪਾਪ ਨਹੀਂ ਕੋਈ ਪੁੰਨ ਨਹੀਂ, ਕੋਈ ਸਜ਼ਾ ਨਹੀਂ। ਇੱਥੇ ਜੋ ਖਾਧਾ ਪੀਤਾ ਇੱਥੇ ਹੀ ਸਭ ਕੁਛ ਹੈ। ਆਪਦੇ ਆਪ ਦਾ ਨਹੀਂ ਉਹਨਾਂ ਨੂੰ ਪਤਾ, ਘਰ ਦਾ ਨਹੀਂ ਪਤਾ, ਤੇ ਗੱਲਾਂ ਮਾਰਦੇ ਨੇ ਧਰਮ ਰਾਜੇ ਪਰ ਲੋਕ ਦੀਆਂ। ਇਹੋ ਜਿਹੇ ਮੂਰਖ ਬੰਦੇ ਵੀ ਦੁਨੀਆ ਵਿੱਚ ਹਨ। ਮਹਾਰਾਜ ਨੂੰ ਤਾਂ ਪਤਾ, ਮੈਨੂੰ ਨਹੀਂ ਪਤਾ, ਤੁਹਾਨੂੰ ਨਹੀਂ ਪਤਾ, ਪਰ ਗੁਰਬਾਣੀ ਵਿੱਚ ਜੋ ਲਿਖਿਆ ਹੋਇਆ ਹੈ, ਗੁਰੂ ਸਾਹਿਬਾਂ ਨੇ ਜੋ ਕੁਝ ਤੱਕਿਆ ਉਹ ਕੁਝ ਲਿਖਿਆ ਹੈ। ਕਹਿੰਦੇ ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ। ਪਾਪਾਂ ਦੀ ਸਜ਼ਾ ਵੀ ਮਿਲਦੀ ਹੈ, ਧਰਮ ਰਾਜਾ ਵੀ ਹੈ, ਨਰਕ ਵੀ ਨੇ, ਸਵਰਗ ਵੀ ਹਨ। ਗੁਰਬਾਣੀ 'ਚ ਲਿਖਿਆ ਹੋਇਆ। ਇਹ ਗੱਲ ਵੱਖਰੀ ਹੈ ਵੀ ਸੰਤਨ ਦੋ ਰਾਦੇ, ਸੰਤਾਂ ਦਾ ਰਸਤਾ ਵੱਖਰਾ ਸੱਚਖੰਡ ਵਾਲਾ, ਪਰ ਪਾਪੀ ਗੁਨਾਹਗਰ ਬੰਦਿਆਂ ਵਾਸਤੇ ਤਾਂ ਸਭ ਕੁਛ ਹੈ। ਹਿੰਦੂ ਮਤ ਦੇ ਜੋ ਧਾਰਮਿਕ ਗ੍ਰੰਥ ਨੇ, ਗਰੜ ਪੁਰਾਣ, ਉਹਦੇ ਵਿੱਚ ਪਰਲੋਕ ਦਾ ਰਸਤਾ 1000 ਯੋਜਨ ਦਾ ਲਿਖਿਆ ਹੈ। 1 ਸਾਲ ਦਾ ਕਹਿੰਦੇ ਪਰਲੋਕ ਦਾ ਰਸਤਾ ਹੈ, ਪਤਾ ਨਹੀਂ ਕਿੰਨੇ 1000 ਯੋਜਨ। ਪਾਪੀ ਬੰਦੇ ਵੀ ਸਾਲ 'ਚ ਪਹੁੰਚਦੇ ਤੇ ਪੁੰਨੀ ਬੰਦੇ ਵੀ ਸਾਲ 'ਚ ਪਹੁੰਚਦੇ। ਪੁੰਨੀਆਂ ਨੂੰ ਪਾਲਕੀਆਂ 'ਚ ਲਿਜਾਇਆ ਜਾਂਦਾ ਤੇ ਪਾਪੀਆਂ ਨੂੰ ਮਾਰਦਿਆਂ ਕੁੱਟਦਿਆਂ ਬੁਰੇ ਹਾਲ ਕਰਕੇ ਉਹਨਾਂ ਦਾ ਸਿਰ ਬੰਦਲਾ ਦਿੱਤਾ ਜਾਂਦਾ। ਇੱਕ ਹੈਰਾਨੀ ਦੀ ਗੱਲ ਹੈ ਵੀ ਬੰਦੇ ਨੂੰ ਕੁੱਟ ਪੈਂਦੀ ਹੈ, ਇੱਥੇ ਤਾਂ ਬੰਦਾ ਬੇਹੋਸ਼ ਹੋ ਕੇ ਡਿੱਗ ਪੈਂਦਾ ਤੇ ਕੁੱਟਣ ਵਾਲੇ ਖਹਿੜਾ ਛੱਡ ਦਿੰਦੇ ਨੇ ਵੀ ਚਲੋ ਜਦੋਂ ਹੋਸ਼ ਆਊਗਾ ਫਿਰ ਇਹਦੀ ਡੰਡਾ ਪਰੇਡ ਕਰਾਂਗੇ। ਪਰ ਉੱਥੇ ਬੇਹੋਸ਼ ਨਹੀਂ ਹੁੰਦਾ ਜੀਵ, ਕੁੱਟ ਖਾਈ ਜਾਂਦਾ ਤੇ ਦਰਦ ਮਹਿਸੂਸ ਕਰਦਾ। ਇੱਥੇ ਤੇ ਕਈ ਵਾਰ ਇਨਸਾਨ ਮਰ ਵੀ ਜਾਂਦਾ ਤੇ ਖਹਿੜਾ ਛੁੱਟ ਜਾਂਦਾ, ਅਗਲਾ ਸੋਚਦਾ ਵੀ ਮਰ ਗਿਆ, ਹੁਣ ਸਰੀਰ ਨੂੰ ਕੀ ਕਰਨਾ, ਸੁੱਟੋ ਪਰਾਂ ਨਹਿਰ 'ਚ ਜਾਂ ਦੱਬ ਦਿਓ। ਉੱਥੇ ਬੰਦਾ ਮਰਦਾ ਵੀ ਨਹੀਂ, ਬੜੀ ਔਖੀ ਗੱਲ ਹੈ। ਇੱਥੇ ਤਾਂ ਉਮਰ ਪੂਰੀ ਹੋ ਕੇ ਖਹਿੜਾ ਛੁੱਟ ਜਾਂਦਾ, ਉੱਥੇ ਉਮਰ ਵੀ ਨਹੀਂ ਹੈ, ਜੀਵ ਆਤਮਾ ਹੈ। ਜਿੰਨਾ ਚਿਰ ਰੱਬ ਕੋਈ ਸਰੀਰ ਨਹੀਂ ਦਿੰਦਾ, ਅਰਬਾਂ ਕਰੋੜਾਂ ਹੀ ਜੀਵਾਤਮਾ ਪਤਾ ਨਹੀਂ ਕਿੰਨੀਆਂ ਦੁੱਖ ਭੋਗ ਰਹੀਆਂ ਨੇ। ਕਈਆਂ ਨੂੰ ਭੂਤਾਂ ਪ੍ਰੇਤਾਂ ਦੀਆਂ ਜੂਨਾਂ ਸੁੱਟ ਦਿੰਦਾ ਵੀ ਤੁਰੇ ਫਿਰੋ। ਜਿਹਨੂੰ ਬੰਦੇ ਦੀ, ਇਨਸਾਨ ਦੇ ਸਰੀਰ ਦੀ ਕਦਰ ਹੀ ਨਹੀਂ, ਉਹਨੂੰ ਸਰੀਰ ਭਲਾ ਕਿਉਂ ਦੇਣਾ। ਇਹ ਮਹਾਰਾਜ ਖਫੇ ਹੋ ਜਾਂਦਾ, ਨਾਰਾਜ਼ ਹੋ ਜਾਂਦਾ। ਤੇ ਕਈ ਵਿਚਾਰੀਆਂ ਜੀਵਾਤਮਾ ਤਰਲੇ ਮਾਰਦੀਆਂ ਹੰਭ ਜਾਂਦੀਆਂ ਨੇ, ਕਈ ਯੋਗ ਉਹਨਾਂ ਨੂੰ ਸਰੀਰ ਹੀ ਨਹੀਂ ਮਿਲਦੇ, ਕੁੱਟ ਖਾਈ ਜਾਂਦੇ ਨੇ, ਦੁੱਖ ਭੋਗੀ ਜਾਂਦੇ ਨੇ, ਅੰਤਾਂ ਦਾ ਕਸ਼ਟ ਹੈ। ਇਹ ਸਭ ਕੁਝ ਹੈ ਗਰੜ ਪੁਰਾਣ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਦ ਜੀਵ ਆਤਮਾ ਨੂੰ ਸਰੀਰ ਦੇ ਵਿੱਚੋਂ ਕੱਢਿਆ ਜਾਂਦਾ ਹੈ, ਇੱਕ ਛੋਟੀ ਜਿਹੀ ਬਾਰੀ ਖੁੱਲ੍ਹਦੀ ਹੈ, ਜਾਂ ਸਮਝ ਲਓ ਸੂਈ ਦੇ ਨੱਕੇ ਤੋਂ ਵੀ ਬਰੀਕ ਹੈ। ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹਿਓ ਨਿਕਸਿਓ ਕਿਉਂ ਕਰ ਜਾਏ। ਰਾਈ ਦਾ ਦਾਣਾ ਆਪਣੇ ਵੇਖਿਆ, ਇੱਕ ਗਾਜਰਾਂ ਹੁੰਦੀਆਂ ਨੇ ਲਾਲ, ਇੱਕ ਹੁੰਦੀਆਂ ਨੇ ਕਾਲੀਆਂ ਗਾਜਰਾਂ। ਆ ਜਨਵਰੀ ਫਰਵਰੀ 'ਚ 15-20 ਕੁ ਦਿਨ ਹੀ ਆਉਂਦੀਆਂ ਨੇ ਮਸਾਂ, ਜਦ ਉਹਦੀ ਕਾਂਜੀ ਪਾਈ ਦੀ ਹੈ ਤੇ ਖਟੈਸ ਵਾਸਤੇ ਰਾਈ ਸੁੱਟੀ ਦੀ ਹੈ ਪਾਣੀ ਦੇ ਵਿੱਚ।
ਗਰਮ ਕਰਕੇ ਉਬਾਲ ਕੇ, ਜਾਂ ਵੈਸੇ ਉਹ ਰਾਈ ਦਾ ਦਾਣਾ ਸਰੋਂ ਦੇ ਦਾਣੇ ਨਾਲੋਂ ਵੀ ਬਰੀਕ ਹੁੰਦਾ। ਕਹਿੰਦੇ ਉਹਦੇ 10ਵੇਂ ਹਿੱਸੇ ਤੋਂ ਵੀ ਪਰਲੋਕ ਦਾ ਰਸਤਾ ਬਰੀਕ ਹੈ, ਜਿੱਧਰ ਦੀ ਬੰਦੇ ਨੂੰ ਕੱਢਿਆ ਜਾਂਦਾ। ਪਰ ਮਨ ਹਾਥੀ ਦੀ ਤਰ੍ਹਾਂ ਫਿੱਟ ਹੋਇਆ ਪਿਆ। ਦੱਸੋ ਹਾਥੀ ਤੇ ਰਾਈ ਤੋਂ 100ਵੇਂ ਹਿੱਸੇ ਜਿੰਨੇ ਬਰੀਕ ਰਸਤੇ ਦੇ ਵਿੱਚ ਦੀ ਕਿਵੇਂ ਲੰਘੇਗਾ? ਔਖਾ ਹੋਊਗਾ, ਉਹਦਾ ਢਿੱਡ ਢੁੱਡ ਨਪੀੜਿਆ ਜਾਊਗਾ, ਦਰਦ ਹੋਏਗੀ। ਪਰ ਕੱਢਣਾ ਤਾਂ ਉਹਨਾਂ ਨੇ ਹੈ, ਖਿੱਚ ਖੁੱਚ ਕੇ। ਜਿਸ ਤਰ੍ਹਾਂ ਸੁਨਿਆਰਾ ਕਹਿੰਦੇ ਕੜਾ ਬਣਾਉਂਦਾ ਜਾਂ ਕਾਂਟੇ ਬਣਾਉਂਦਾ ਤੇ ਸੋਨੇ ਦੀ ਮੱਤ ਮਾਰ ਛੱਡਦਾ, ਉਹ ਮਸ਼ੀਨ ਦੇ ਵਿੱਚ ਦੀ ਗੇੜਾ ਦੇ ਕੇ ਤਾਰਾਂ ਜੀਆਂ ਕੱਢੀ ਜਾਂਦਾ। ਇਸ ਤਰ੍ਹਾਂ ਬੰਦੇ ਨੂੰ ਕਸ਼ਟ ਹੁੰਦਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਆਖਿਆ, ਭਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ ਲੱਖ ਸਿਗਾਰ ਬਣਾਇਆ, ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨਸ ਸੀ। ਮੇਰਾ ਪ੍ਰਕਰਨ ਕੇਵਲ ਇਸ ਪੰਕਤੀ ਦੇ ਆਧਾਰਿਤ ਹੈ। ਜਿਸ ਦਿਨ ਸਾਡੀ ਦੇਹ ਨਾਸ ਹੋਵੇਗੀ, ਜਿਤ ਦਿਨ ਦੇਹ ਬਿਨਸ ਸੀ, ਤਿਤ ਵੇਲੇ ਕੈਸਨ ਪ੍ਰੇਤ, ਉਸੇ ਵੇਲੇ ਸਾਰੇ ਪ੍ਰੇਤ ਪ੍ਰੇਤ ਕਰਕੇ ਦੂਰ ਭੱਜ ਜਾਣਗੇ। ਹੱਥ ਮਰੋੜਾ, ਮਰਨ ਵਾਲਾ ਬੰਦਾ ਲਾਗੇ ਬੈਠੇ ਬੰਦੇ ਨੂੰ ਨਹੀਂ ਪਤਾ ਲੱਗੂਗਾ ਵੀ ਇਹਨੂੰ ਕਿੰਨਾ ਦੁੱਖ ਹੈ, ਉਹ ਹੱਥਾਂ ਨੂੰ ਮਰੋੜੂਗਾ। ਤਨ ਕਪੈ, ਯਮਦੂਤ ਜਦ ਉਹਦਾ ਸਰੀਰ ਟੋਟੇ ਟੋਟੇ ਕਰਕੇ, ਬੰਦਾ ਜਾਣਾ ਨਹੀਂ ਚਾਹੁੰਦਾ, ਕਹਿੰਦਾ ਮੈਂ ਨਹੀਂ ਜਾਣਾ, ਉਹ ਖਿੱਚ ਖੁੱਚ ਕੇ ਮਾਰ ਕੁੱਟ ਕੇ ਜਦ ਵਿੱਚ ਦੀ ਜਿੰਦ ਕੱਢਣਗੇ, ਬਹੁਤ ਔਖਾ ਹੋਊਗਾ। ਹੱਥ ਮਰੋੜਾ, ਤਨ ਕਪੇ, ਵਿੱਚੋਂ ਜੀਵ ਆਤਮਾ ਕੱਟ ਕੇ ਕੱਢਣਗੇ। ਸਿਆਹ ਹੋਇਆ ਸੇਤ, ਜਿਹੜਾ ਗੋਰਾ ਚਿੱਟਾ ਕਰੀਮਾਂ ਦੇ ਪਾਊਡਰ ਲਾ ਕੇ ਰੰਗ ਬਣਾਇਆ ਹੋਇਆ ਸੀ, ਕੋਈ ਮੇਰੇ ਵਰਗਿਆਂ ਨੂੰ ਰੱਬ ਨੇ ਦਿੱਤਾ ਹੀ ਉਸ ਤਰ੍ਹਾਂ ਦਾ ਹੁੰਦਾ, ਲਾ ਲਾ ਸਾਬਣ ਤੇ ਪਾਊਡਰ ਤੇ ਕਰੀਮਾਂ ਹੋਰ ਹੀ ਬਸੁਰੇ ਜਿਹੇ ਹੋ ਜਾਂਦੇ। ਉਹ ਪਹਿਲਾਂ ਵੀ ਜਾਂਦਾ। ਕਾਲਾ ਬੰਦਾ ਮਾੜਾ ਨਹੀਂ ਹੁੰਦਾ, ਕ੍ਰਿਸ਼ਨ ਕਾਲਾ ਹੀ ਸੀਗਾ। ਇਸ ਲਈ ਮਤਾਂ ਕੋਈ ਭੁਲੇਖਾ ਕਰੇ ਵੀ ਪਾਊਡਰਾਂ ਦੇ ਕਰੀਮਾਂ ਨਾਲ ਆਪਾਂ ਸੋਹਣੇ ਬਣ ਸਕਦੇ, ਇਹ ਬੰਦੇ ਦੇ ਮਨ ਦਾ ਭੁਲੇਖਾ। ਜੋ ਨੈਚੁਰਲੀ ਬਿਊਟੀ ਰੱਬ ਨੇ ਬਣਾਈ ਹੈ, ਜੇ ਉਹਦੇ 'ਤੇ ਸੰਤੋਖ ਰੱਖੀ ਹੈ, ਅਤੇ ਜਿਸ ਤਰ੍ਹਾਂ ਦਾ ਰੱਬ ਨੇ ਬਣਾਇਆ ਉਹ ਬੰਦਾ ਸੋਹਣਾ ਹੀ ਬਣਾਇਆ ਹੈ, ਕਿਸੇ ਨੂੰ ਮਾੜਾ ਨਹੀਂ ਬਣਾਇਆ। ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ, ਬਾਹਰੀ ਅਰਥੇ ਦੇ ਇਸ ਤਰ੍ਹਾਂ ਦੇ। ਸੋ ਜਿਹੜਾ ਲਾ ਕੇ ਜੋਰ ਚਿਹਰੇ ਨੂੰ ਸੋਹਣਾ ਸੁਨੱਖਾ ਸਵਾਰਿਆ ਸੀ, ਇੱਕਦਮ ਜਦ ਜੀਵ ਆਤਮਾ ਵਿੱਚ ਦੀ ਨਿਕਲ ਗਈ ਜਾਂ ਨਿਕਲਣ ਲੱਗੀ ਕੁੱਟ ਪਈ, ਇੱਕਦਮ ਬੱਗਾ ਪੀਲਾ ਡੱਬ ਖੜੱਬਾ ਜਿਹਾ ਹੋ ਗਿਆ, ਕੁਛ ਵੀ ਨਹੀਂ ਰਿਹਾ। ਲਾਲ ਸੁਰਖ ਰੰਗ ਪੀਲਾ ਪੈ ਗਿਆ। ਸਿਆਹ ਹੋਆ ਸੇਤ, ਕਾਲੇ ਰੰਗ ਤੋਂ ਚਿੱਟਾ ਦਿਨ ਚੜ੍ਹ ਗਿਆ। ਪਕੜ ਚਲਾਇਨ ਦੂਤ ਜਮ, ਤੁਸੀਂ ਦੱਸੋ ਵੀ ਕਿਉਂ ਨਹੀਂ ਨਰਕ ਸਵਰਗ? ਯਮ ਦੂਤ ਵੀ ਹਨ, ਕਈ ਮਰ ਕੇ ਜਿਉਂਦੇ ਹੋਏ ਨੇ। ਮੇਰਾ ਸੁਭਾਅ ਹੈ ਤੇ ਸਾਰਿਆਂ ਨੂੰ ਫਤਿਹ ਬੁਲਾ ਕੇ ਗੱਲਬਾਤ ਪੁੱਛਦੇ ਰਹੀਦਾ। ਇੱਕ ਗੁਰਮੁਖ ਪਿਆਰੇ ਆ ਗੁਰਦੁਆਰੇ ਦੇ ਸਾਹਮਣੇ 70 'ਚ, ਹੁਣ ਮਿਲਿਆ ਨੂੰ ਸਾਲ ਹੀ ਹੋ ਗਿਆ, ਪਤਾ ਨਹੀਂ ਬਾਹਰ ਚਲੇ ਗਏ ਹੋਣਗੇ। ਅਤੇ ਉਹਨਾਂ ਦੱਸਿਆ ਵੀ ਮੈਂ 4 ਘੰਟੇ ਮਰਿਆ ਰਿਹਾ। ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਤੋਂ ਵਰੋਸਾਏ ਹੋਏ, ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਤੇਜਾ ਸਿੰਘ ਜੀ, ਜਿਨ੍ਹਾਂ ਨੇ ਆਪ ਦੇ ਜ਼ਮਾਨੇ 'ਚ ਅਮਰੀਕਾ ਦੀ ਜਿਹੜੀ ਯੂਨੀਵਰਸਿਟੀ ਸ਼ਾਇਦ ਕੈਂਬਰਿਜ ਹੈ, ਉਹਦੇ ਤੋਂ ਅਤੇ ਪੜ੍ਹਾਈ ਕਰਕੇ ਡਿਗਰੀ ਲੈ ਕੇ ਇੰਡੀਆ 'ਚ ਆ ਕੇ ਉਹਨਾਂ ਸੋਚਿਆ ਵੀ ਜਿਹੜੇ ਸੰਤ ਨੇ ਉਹ ਇਕੱਲੇ ਗੁਰਦੁਆਰੇ ਬਣਾਉਂਦੇ ਨੇ ਅਤੇ ਬੱਚਿਆਂ ਦੀ ਪੜ੍ਹਾਈ ਬਾਰੇ ਨਹੀਂ ਸੋਚਦੇ। ਉਹ ਪੜ੍ਹੇ ਲਿਖੇ ਸੰਤ ਸੀਗੇ। ਸੰਤ ਬਾਬਾ ਤੇਜਾ ਸਿੰਘ ਜੀ ਹਿਮਾਚਲ ਦੇ ਵਿੱਚ ਉਹਨਾਂ ਨੇ ਬੜੀ ਸੋਹਣੀ ਜਗ੍ਹਾ ਖਰੀਦ ਕੇ ਬੜੂ ਸਾਹਿਬ ਅਕੈਡਮੀ ਬਣਾਈ ਹੈ। ਸੋ ਉਹਦੇ ਨਾਲ ਦੀਆਂ ਹੋਰ ਵੀ ਕਈ ਅਕੈਡਮੀਆਂ, ਪੜ੍ਹਾਈ ਦਾ ਪ੍ਰਬੰਧ ਕੀਤਾ ਵੀ ਸਾਡੇ ਬੱਚੇ ਪੜ੍ਹ ਕੇ ਉਹਨਾਂ ਨੂੰ ਹਰੇਕ ਕਿਸਮ ਦੀ ਸੋਝੀ ਆਵੇ। ਭਜਨ ਸਿਮਰਨ ਵੀ ਜ਼ਰੂਰੀ ਹੈ। ਸੋ ਬ੍ਰਹਮ ਗਿਆਨੀ ਮਹਾਂਪੁਰਖ ਹੋਏ, ਉਹਨਾਂ ਦੇ ਪ੍ਰੇਮੀ ਸਨ। ਕਹਿੰਦੇ 4 ਘੰਟੇ ਮੈਂ ਮਰਿਆ ਰਿਹਾ ਅਤੇ ਘਰ ਵਾਲੀ ਮੈਨੂੰ, ਮੇਰਾ ਸਿਰ
ਫੜ ਕੇ ਤੇ ਰੋਂਦੀ ਰਹੀ। ਰਾਤ ਦਾ ਟਾਈਮ, ਰਾਤ ਦੇ 12 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ, ਤੇ 4 ਬੰਦੇ ਚੰਗੇ ਹੱਟੇ ਕੱਟੇ, ਚੰਗੇ ਤਗੜੇ, ਜਿਨ੍ਹਾਂ ਦੇ ਨਾਲ ਬੰਦਾ ਘੁਲ ਵੀ ਨਹੀਂ ਸਕਦਾ, ਤੇ ਮਾਰ ਕੇ ਬਾਂਹ ਇੱਕਦਮ ਬੰਦੇ ਨੂੰ ਪਰੇ ਕਰ ਦਿੰਦੇ। ਬੜੇ ਜ਼ੋਰ ਵਾਲੇ ਬੰਦੇ ਸੀਗੇ। ਕਹਿੰਦੇ ਚੱਲ ਭਾਈ ਤੇਰਾ ਬੁਲਾਵਾ ਆਇਆ ਹੈ। ਕਹਿੰਦੇ 4 ਬੰਦਿਆਂ ਦੇ ਮੈਂ ਨਾਲ ਗਿਆ ਬਕਾਇਦਾ। ਤੇ ਮੈਨੂੰ ਪੁੱਛਿਆ ਵੀ ਕੀ ਉੱਤੇ ਵੇਖਿਆ? ਉਹ ਬੜੇ ਗੁਰਮੁਖ ਪਿਆਰੇ, ਝੂਠ ਬੋਲ ਕੇ ਕਿਸੇ ਨੇ ਕੀ ਲੈਣਾ, ਬੜੀ ਚੜ੍ਹਦੀ ਕਲਾ, ਸੋਹਣੀ ਕੋਠੀ ਹੈ, ਬੱਚੇ ਸਾਰੇ ਬਾਹਰ ਨੇ, ਤੇ ਮਹਾਰਾਜ ਜੀ ਸੱਚੇ ਪਾਤਸ਼ਾਹ ਦੀ ਕਿਰਪਾ, ਝੂਠ ਕਿਸੇ ਨੇ ਕੀ ਬੋਲਣਾ। ਕਹਿੰਦਾ ਵੀ ਮੈਨੂੰ ਦੇਖਿਆ ਤਾਂ ਕੁਛ ਨਹੀਂ, ਉੱਥੇ ਟੇਬਲ ਲੱਗੇ ਹੋਏ ਸੀ, ਤੇ ਕਾਲੇ ਕੋਟਾਂ ਵਾਲੇ ਵਕੀਲ ਉੱਥੇ ਤੁਰੇ ਫਿਰਦੇ ਸੀ। ਇੱਕ ਇੱਕ ਟੇਬਲ 'ਤੇ ਇੱਕ ਇੱਕ ਵਕੀਲ ਦੀ ਡਿਊਟੀ ਸੀਗੀ, ਤੇ ਉਹ ਟੇਬਲ ਦੇ ਉੱਪਰ ਵਹੀ ਖਾਤਾ ਖੋਲ੍ਹਿਆ ਹੋਇਆ ਸੀ, ਬਕਾਇਦਾ ਪ੍ਰਕਾਸ਼ ਕੀਤੇ ਸੀ ਵਹੀ। ਜਿਹੜਾ ਟੇਬਲ ਮੇਰਾ ਸੀ, ਮੇਰੇ ਨਾਮ ਦਾ, ਤੇ ਉਹ ਟੇਬਲ 'ਤੇ ਯਮਦੂਤਾ ਨੇ ਮੈਨੂੰ ਬਿਠਾਤਾ ਵੀ ਇੱਥੇ ਤੂੰ ਬਹਿ ਜਾ। ਵਕੀਲ ਆਇਆ, ਉਹਨੇ ਵਹੀ ਖਾਤਾ ਵੇਖਿਆ, ਚਿਹਰਾ ਮੋਹਰਾ ਵੇਖਿਆ, ਤੇ ਉਹਨੂੰ ਕੁਛ ਲੱਭੇ ਨਾ। ਉੱਪਰੋਂ ਆਵਾਜ਼ ਆਈ, ਕਹਿੰਦੇ ਵੀ ਇਹ ਬੰਦਾ ਗਲਤ ਆ ਗਿਆ, ਇਹਦੇ ਨਾਂ ਦਾ ਕੋਈ ਹੋਰ ਹੈ, ਉਹ ਲੈ ਕੇ ਆਓ, ਇਹਨੂੰ ਛੱਡ ਕੇ ਆਓ ਜਲਦੀ, ਕਿਤੇ ਸਰੀਰ ਕੋਈ ਸ਼ਮਸ਼ਾਨ ਭੂਮੀ ਜੀ ਨਾ ਲੈ ਜਾਏ। ਬਸ ਇੰਨੀ ਕੁ ਆਵਾਜ਼ ਆਈ, ਤੇ ਮੈਨੂੰ ਕਹਿੰਦੇ ਵਾਪਸ ਕਰਤਾ। ਉਦੋਂ ਪਤਾ ਲੱਗਾ ਜਦੋਂ ਮੇਰੀਆਂ ਅੱਖਾਂ ਖੁੱਲ੍ਹੀਆਂ, ਤੇ 2 ਦਿਨ ਮੈਂ ਉੱਠ ਨਹੀਂ ਸਕਿਆ। ਅਜੇ ਕੁੱਟ ਨਹੀਂ ਮੈਨੂੰ ਪਈ, ਮਾੜਾ ਜਿਹਾ ਉਹਨਾਂ ਨੇ ਹੱਥ ਉੱਥ ਲਾ ਕੇ ਗਾਂ ਨੂੰ ਤੋਰਿਆ। ਇੰਨੇ ਕਰੜੇ ਸੀਗੇ ਉਹਨਾਂ ਦੇ ਹੱਥ ਵੀ ਮੇਰਾ ਸਰੀਰ ਮਿੱਟੀ ਦੀ ਤਰ੍ਹਾਂ 2 ਦਿਨ ਰਿਹਾ, ਜਿਸ ਤਰ੍ਹਾਂ ਬੰਦੇ ਨੂੰ ਬਹੁਤ ਕੁੱਟ ਕੇ ਤੇ ਲੰਮੇ ਪਾਇਆ ਹੋਵੇ, ਇਸ ਤਰ੍ਹਾਂ ਮੈਂ 2 ਦਿਨ ਉੱਠ ਨਹੀਂ ਸਕਿਆ, ਜਾਂ ਮਨ 'ਚ ਧੌਂਕਾ ਰਿਹਾ। ਉਹ ਦਿਨ ਜਾਵੇ ਤੇ ਅੱਜ ਦਾ ਆਵੇ। ਮੈਂ ਕਹਿੰਦਾ ਨਿਤਨੇਮ ਨਹੀਂ ਛੱਡਿਆ। ਫਿਰ ਵੇਖ ਲਿਆ ਵੀ ਸੰਸਾਰ ਝੂਠਾ, ਕਿਉਂਕਿ ਸਭ ਕੁਝ ਵੇਖ ਲਿਆ, ਅੰਮ੍ਰਿਤ ਛਕ ਲਿਆ। ਤੋ ਇਸ ਪ੍ਰਕਾਰ ਪਾਤਸ਼ਾਹ ਜੀ ਕਹਿੰਦੇ ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਨੀ ਭੇਤ, ਛੱਡ ਖੜੋਤੇ ਖਿਨੇ ਮਾਹੇ, ਜਿਨ ਸਿਉ ਲੱਗਾ ਹੇਤ, ਹੱਥ ਮਰੋੜੇ ਤਨ ਕਪੈਸਿਆ ਹੁਆ ਸੇਤ, ਤੇ ਜਿਹਾ ਬੀਜੈ ਸੋ ਲੁਣ ਕਰਮਾ ਸੰਦੜਾ ਖੇਤ। ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਖੁਦ ਆਪ ਦੇ ਬਚਨ, ਹੋਰ ਵੀ ਬੜੇ ਵੈਰਾਗਮਈ ਬਚਨ ਹਨ। ਇਉਂ ਸਭ ਕੁਝ ਹੈ, ਪਰ ਮੂਰਖ ਬੰਦੇ ਇਹ ਗੱਲ ਨੂੰ ਨਹੀਂ ਮੰਨਦੇ। ਆਪਾਂ ਮਨਾ ਕੇ ਲੈਣਾ ਵੀ ਕੀ ਹੈ? ਆਪਾਂ ਤਾਂ ਗੁਰਦੁਆਰੇ ਆਪ ਦਾ ਭਲਾ ਕਰਨਾ ਆ, ਬਾਣੀ ਦੀ ਵਿਚਾਰ ਕਰੀਏ ਤੇ ਸ਼ਰਧਾ ਭਾਵਨਾ ਦੇ ਸਹਿਤ ਸਰਵਣ ਕਰੀਏ। ਕਰੋ ਅਰਦਾਸ ਗਾਵ ਕਿਛ ਬਾਕੀ। ਜਦ ਯਮਦੂਤ ਇਸ ਬੰਦੇ ਨੂੰ ਲੈਣ ਵਾਸਤੇ ਆਉਂਦੇ ਨੇ, ਗੁਰਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ 5 ਪਿਆਰੇ, ਕੋਈ ਸੰਤ ਜਿਨ੍ਹਾਂ ਦਾ ਕੋਈ ਪ੍ਰੇਮੀ ਹੋਵੇ ਉਹਨਾਂ ਨੂੰ, ਜਾਂ ਕਿਸੇ ਗੁਰਸਿੱਖ ਨੂੰ ਲੈਣ ਵਾਸਤੇ ਭੇਜਦੇ ਨੇ। ਉਹ ਯਮਦੂਤਾਂ ਦੀ ਫਾਹੀ ਤੋਂ ਬਚ ਜਾਂਦੇ ਨੇ। ਜਿਹੜੇ ਆਮ ਜੀਵ ਨੇ ਉਹ ਯਮਦੂਤਾਂ ਨੂੰ ਵੇਖ ਕੇ ਤਰਲੇ ਕੱਢਦੇ, ਮਿੰਨਤਾਂ ਗੋਡੀਆਂ ਹੱਥ ਲਾਉਂਦੇ, ਬੇਨਤੀ ਕਰਦੇ ਨੇ ਕਿ ਮੇਰੀ ਅਜੇ ਗਾਮ ਦੇ ਵਿੱਚ, ਪਿੰਡ ਦੇ ਵਿੱਚ ਕੁਝ ਹਿਸਾਬ ਕਿਤਾਬ ਬਾਕੀ ਰਹਿੰਦਾ, ਲੈਣ ਦੇਣ ਹੈ। ਲਿਓ ਨਬੇਰ ਆਜ ਕੀ ਰਾਤੀ, ਤੁਸੀਂ ਮੈਨੂੰ ਵੀਰ ਬਣ ਕੇ ਛੱਡ ਦਿਓ, ਮੈਂ ਅੱਜ ਦੀ ਰਾਤ ਨੂੰ ਸਾਰਾ ਕੁਝ ਹੀ ਨਿਬੇੜ ਲਵਾਂਗਾ, ਕੇਵਲ 1 ਰਾਤ ਦਾ ਟਾਈਮ ਮੈਨੂੰ ਦੇ ਦਿਓ। ਕਿ ਛਪੀ ਖਰਚ ਤੁਮਾਰਾ ਸਾਰਾ, ਤੇ ਕੁਝ ਕੁ ਤੁਹਾਡਾ ਵੀ ਖਰਚਾ ਸਾਰਾਂਗਾ। ਰਾਹ ਜਾਂਦਿਆਂ ਨੂੰ ਪੁਲਿਸ ਵਾਲੇ ਰੋਕ ਲੈਂਦੇ ਨੇ, ਬੰਦਾ 200, 400, 500 ਰੁਪਈਆ ਦੇ ਕੇ ਗਾਂਹ ਜਾਂਦਾ ਵੀ ਲਓ ਚਾਹ ਪਾਣੀ ਪੀਓ ਤੇ ਸਤਿ ਸ੍ਰੀ ਅਕਾਲ, ਤੁਸੀਂ ਵੀ ਸੁਖੀ ਆਪਾਂ ਵੀ ਸੁਖੀ। ਸਾਡੀ ਫਿਤਰਤ ਹੈ, ਜਿਹੜਾ ਕੰਮ ਖੁਦ ਆਪਾਂ ਨਾ ਕਰ ਸਕੀਏ ਉਹ ਅਸੀਂ ਆਪ ਦੇ ਪੈਸੇ ਦੇ ਰਾਹੀਂ ਕਰਾਉਂਦੇ ਹਾਂ। ਤੇ ਪੈਸਾ ਵੇਖ ਕੇ ਵੱਡੇ ਵੱਡੇ ਅਫਸਰ ਨਿਊਣੀਆਂ ਪਾ ਜਾਂਦੇ ਨੇ। ਪਹਿਲਾਂ ਬੋਲਣਗੇ, ਬੜੇ ਦਬਕੇ ਮਾਰਨਗੇ, ਜਦੋਂ 500 ਦਾ ਨੋਟ ਫੜੋ ਐ ਚੁੱਪ ਕਰਕੇ ਸ਼ਾਂਤੀ।
ਵੀ ਧਿਆਨ ਨਾਲ ਚੱਲੋ ਜੀ, ਕੋਈ ਨਹੀਂ ਜਾਓ। ਇਹ ਸਾਡਾ ਸੁਭਾਅ ਹੈ ਵੀ ਰਿਸ਼ਵਤ ਦੇ ਕੇ, ਪੈਸੇ ਦੇ ਕੇ, ਹੇਠਾਂ ਤੋਂ ਲੈ ਕੇ ਉੱਪਰ ਤੱਕ। ਤੋ ਜਿਹੜੇ ਗੇਟ ਕੀਪਰ ਨੇ ਉਹ ਵੀ ਮਾਇਆ ਲੈ ਕੇ ਬੰਦੇ ਨੂੰ ਅੱਗੇ ਕਰਦੇ ਨੇ। ਸਭ ਕੁਝ ਚੱਲ ਰਿਹਾ ਹੈ, ਇਹ ਸਾਡਾ ਸੁਭਾਅ ਹੈ। ਉਹ ਯਮਦੂਤਾਂ ਨੂੰ ਵੀ ਕਹਿੰਦੇ ਵੀ ਪੈਸਾ ਮੇਰੇ ਕੋਲ ਬੜਾ ਹੈ, ਜੋ ਮੈਂ ਹਿਸਾਬ ਕਿਤਾਬ ਰਾਤ ਨੂੰ ਇਕੱਠਾ ਕਰੂੰਗਾ ਉਹਦੇ ਵਿੱਚੋਂ ਤੁਹਾਡਾ ਵੀ ਕੁਛ ਨਵੇੜਾ ਕਰ ਦਿਆਂਗਾ, ਖਰਚਾ ਪਾਣੀ, ਚਾਹ ਪਾਣੀ ਤੁਹਾਡਾ ਵੀ ਦੇ ਦਿਆਂਗਾ। ਸੁਬਹ ਨਿਵਾਜ ਸਰਾਏ ਗੁਜ਼ਾਰਾਓ। ਤੇ ਇੱਕ ਮੇਰੀ ਬੇਨਤੀ ਹੈ ਕਿ ਸਵੇਰ ਦੀ ਨਮਾਜ਼ ਮੈਨੂੰ ਸਰਾਂ ਭਾਵ ਜਾਮ ਮਾਰਗ ਦੇ ਰਸਤੇ ਵਿੱਚ ਹੀ ਪੜ੍ਹ ਲੈਣ ਦਿਓ, ਤੇ ਜਾਂ ਸਵੇਰ ਦੀ ਨਮਾਜ਼ ਇੱਥੇ ਹੀ ਮੈਨੂੰ ਪੜ੍ਹ ਲੈਣ ਦਿਓ। ਇੱਕ ਰਾਤ ਦਾ ਟਾਈਮ ਦੇ ਦਿਓ, ਰਾਤੋਂ ਰਾਤ ਮੈਂ ਆਪਣੇ ਪੈਸੇ ਇਕੱਠੇ ਕਰ ਲੂँਗਾ, ਉਹਦੇ ਵਿੱਚੋਂ ਤੁਹਾਡਾ ਵੀ ਖਰਚਾ ਦੇ ਦਿਊਂਗਾ, ਅਤੇ ਸੁਬਾਹ ਇੱਥੇ ਸਰਾਂ ਦੇ ਵਿੱਚ ਮੈਨੂੰ ਨਮਾਜ਼ ਪੜ੍ਹ ਲੈਣ ਦਿਓ। ਫਿਰ ਮੈਂ ਤੁਹਾਡੇ ਨਾਲ ਚਲਿਆ ਜਾਵਾਂਗਾ ਅਤੇ ਮੈਂ ਮੁੜ ਕੇ ਨਾ ਨਹੀਂ ਕਹੂੰਗਾ। ਭਾਵ ਸੰਸਾਰ ਦੇ ਮੋਹ 'ਚ ਬੱਝਾ ਜੀਵ ਕੁਝ ਹੋਰ ਸਮਾਂ ਇੱਥੇ ਗੁਜ਼ਾਰਨਾ ਚਾਹੁੰਦਾ ਹੈ ਕਿ ਮੈਨੂੰ ਹੋਰ ਸਮਾਂ ਮਿਲ ਜਾਏ। ਇਸੇ ਪ੍ਰਕਾਰ ਸੁਬਹ ਨਿਵਾਜ਼ ਸਰਾਏ ਗੁਜ਼ਾਰਾਓ। ਯਮਦੂਤ ਆਂਦੇ ਨੇ ਕਿ ਤੂੰ ਹੁਣ ਛੇਤੀ ਚੱਲ, ਸਾਡੇ ਕੋਲ ਇੰਨਾ ਟਾਈਮ ਨਹੀਂ ਹੈ। ਅਸੀਂ ਵੀ ਬੜਾ ਸਮਾਂ ਕੱਢ ਕੇ ਆਏ, ਕੋਈ ਹੋਰ ਡਿਊਟੀ 'ਤੇ ਜਾਣਾ ਪੈਣਾ। ਸਵੇਰ ਦੀ ਨਮਾਜ਼ ਦਾ ਵਕਤ ਤਾਂ ਰਸਤੇ ਦੇ ਵਿੱਚ ਬੈਤਰਨੀ ਨਦੀ ਦੀ ਸਰਾਂ 'ਤੇ ਤੂੰ ਗੁਜ਼ਾਰ ਲਈ। ਜਿੰਨੇ ਚਿਰ ਨੂੰ ਨਮਾਜ਼ ਦਾ ਟਾਈਮ ਹੋਣਾ ਉਨੇ ਚਿਰ ਨੂੰ ਤਾਂ ਆਪਾਂ ਬੈਤਰਨੀ ਨਦੀ 'ਤੇ ਪਹੁੰਚ ਜਾਣਾ। ਗਰੜ ਪੁਰਾਣ 'ਚ ਲਿਖਿਆ ਕਿ ਜਿਹੜੀ ਪਾਪੀ ਜੀਵ ਆਤਮਾ ਹੈ ਉਹਦੇ ਰਸਤੇ ਦੇ ਵਿੱਚ ਇੱਕ ਨਦੀ ਆਉਂਦੀ ਹੈ ਜਿਸ ਦਾ ਨਾਮ ਹੈ ਬੈਤਰਨੀ ਨਦੀ। ਜੀਵ ਆਤਮਾ, ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਮਰਦੀ ਨਹੀਂ। ਅਸੀਂ ਪਾਣੀ 'ਚ ਡੁੱਬ ਕੇ ਮਰ ਜਾਂਦੇ ਹਾਂ, ਪਰ ਜੀਵ ਆਤਮਾ ਮਰਨ ਤੋਂ ਬਾਅਦ ਨਹੀਂ ਮਰਦੀ। ਉਹ ਗੋਤੇ ਖਾਂਦੀ ਆ, ਦੁੱਖ ਭੋਗਦੀ ਆ, ਅਤੇ ਸਾਹ ਘੁੱਟਦਾ ਹੈ ਬੜੀ ਮੁਸ਼ਕਿਲ। ਲਹੂ ਅਤੇ ਪਾਕ ਦੀ ਨਦੀ ਹੈ, ਫਿਰ ਪਾਣੀ ਦੀ ਵੀ ਨਹੀਂ। ਬੜੀ ਔਖੀ ਹੋ ਕੇ ਉਹਨੂੰ ਪਾਰ ਲੰਘਾਇਆ ਜਾਂਦਾ। ਅਤੇ ਉਹਦੇ ਤੋਂ ਅੱਗੇ ਇੱਕ ਪੁਰਸਲਾਤ ਕਾ ਪੰਥ ਦੁਹੇਲਾ ਹੈ, ਮਤਲਬ ਇੱਕ ਪੁਲ ਆਉਂਦਾ ਹੈ ਜਿਹੜਾ ਵਾਲ ਦੇ 100ਵੇਂ ਹਿੱਸੇ ਨਾਲੋਂ ਵੀ ਬਰੀਕ ਹੈ, ਔਰ ਉਹਦੇ 'ਤੇ ਕੰਡੇ ਵਿਛਾਏ ਜਾਂ ਸਮਝ ਲਓ ਵੀ ਲੋਹੇ ਦੇ ਕੰਡੇ ਲੱਗੇ ਹੋਏ ਨੇ। ਜੀਵ ਆਤਮਾ ਉਹਦੇ ਕੋਲੋਂ ਤੁਰਿਆ ਨਹੀਂ ਜਾਂਦਾ, ਬੜੀ ਔਖੀ ਹੁੰਦੀ ਹੈ। ਫਿਰ ਰਸਤੇ ਜਾਂਦਿਆਂ ਹੋਇਆਂ ਇੱਕ ਅਸਪੱਤਰਨ ਬਣ ਆਉਂਦਾ ਹੈ ਜਿਹਦੇ ਜੰਗਲ ਦੇ ਦਰਖਤਾਂ ਦੇ ਪੱਤੇ ਤਲਵਾਰਾਂ ਦੀ ਧਾਰ ਨਾਲੋਂ ਵੀ ਤਿੱਖੇ ਨੇ। ਜੇ ਤੁਸੀਂ ਕਹੋ ਵੀ ਇਸ ਤਰ੍ਹਾਂ ਹੋ ਨਹੀਂ ਸਕਦਾ, ਆਪਾਂ ਕਈ ਵਾਰ ਸਰਕੜਾ ਵੱਢਦੇ। ਅੱਜ ਕੱਲ੍ਹ ਦੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਵੀ ਦੱਬ ਕੀ ਹੈ ਅਤੇ ਕਾਈ ਕੀ ਹੈ ਅਤੇ ਸਰਕੜਾ ਕੀ ਹੈ। ਅਤੇ ਜਿਹੜੀ ਦੱਬ ਉਹ ਤਾਂ ਥੋੜ੍ਹੀ ਨਰਮ ਹੁੰਦੀ, ਕਾਈ ਵੀ ਨਰਮ ਹੁੰਦੀ। ਜਦ ਸਰਕੜੇ ਨੂੰ ਕਾਨਿਆਂ ਵਾਲੇ ਨੂੰ ਹੱਥ ਪਾਉਣਾ ਅਤੇ ਹੱਥ ਲਹੂ ਲੁਹਾਣ ਹੋ ਜਾਣੇ, ਉਸ ਵੇਲੇ ਤਾਂ ਨਹੀਂ ਪਤਾ ਲੱਗਣਾ। ਅਤੇ ਮੁੜ ਕੇ ਜਦ ਘਰ ਆਉਣਾ ਫਿਰ ਵੇਖਣਾ ਵੀ ਹੱਥ ਤਾਂ ਜ਼ਖਮੀ ਹੋਏ ਪਏ ਨੇ, ਸਰਕੜਾ ਹੀ ਨਹੀਂ ਮਾਣ। ਆ ਜਿਹੜੇ ਯਾਦਵ ਸੀਗੇ ਉਹ ਜ਼ਹਿਰੀਲੀ ਦੱਬ ਦੇ ਨਾਲ ਹੀ ਇੱਕ ਦੂਜੇ ਨੂੰ ਤੀਰ ਬਣਾ ਕੇ ਮਾਰ ਕੇ ਮਰ ਗਏ। ਕ੍ਰਿਸ਼ਨ ਦੀ ਕੁੱਲ ਉਹ ਦੱਬ ਦੇ ਨਾਲ ਹੀ ਵੇਖੋ ਖਤਮ ਹੋ ਗਈ। ਮਤਲਬ ਕਹਿਣ ਦਾ ਕਿ ਪੱਤਰੇ ਤਿੱਖੇ ਹੋ ਸਕਦੇ ਨੇ, ਕਹਿੰਦੇ ਤਲਵਾਰ ਦੀ ਧਾਰ ਨਾਲੋਂ ਵੀ ਤਿੱਖੇ ਹਨ। ਜੀਵ ਆਤਮਾ ਵਿੱਚ ਦੀ ਲੰਘਦੀ ਹੈ ਅਤੇ ਵਿੱਚ ਦੀ ਲਹੂ ਲੁਹਾਨ ਹੁੰਦੀ ਹੈ। ਇਸ ਵਾਸਤੇ ਸਵਾਸਾਂ ਦੀ ਪੂੰਜੀ ਮੁੱਕੀ ਤੋਂ ਯਮਦੂਤ ਕਿਸੇ ਵੀ ਹਾਲਤ ਵਿੱਚ ਬੰਦੇ ਨੂੰ ਛੱਡ ਕੇ ਨਹੀਂ ਜਾਂਦੇ ਹਨ। ਜਿੰਨੇ ਮਰਜ਼ੀ ਤਰਲੇ ਕਰ ਲਏ, ਜਿੰਨੇ ਮਰਜ਼ੀ ਮਿੰਨਤਾਂ ਮਾਰ ਲਏ, ਜਿੰਨੀਆਂ ਮਰਜ਼ੀ ਸਿਫਾਰਸ਼ਾਂ ਦੇ ਚੱਲਦੀਆਂ ਨਹੀਂ, ਜਿੰਨਾ ਮਰਜ਼ੀ ਪੈਸਾ ਹੋਵੇ, ਕਿਉਂਕਿ ਉਹ ਕਹਿੰਦੇ ਸਾਡੇ ਕਿਸੇ ਕੰਮ ਨਹੀਂ ਹੈ। ਪਰ ਲੋਕ ਦੇ ਰਸਤੇ ਦੀ ਪੂੰਜੀ ਕੁਝ ਵੱਖਰੀ ਹੈ, ਪੁੰਨ ਹਨ ਜਾਂ ਨਾਮ ਭਜਨ ਹੈ। ਇਹ ਪੈਸਾ ਅਤੇ ਮਸਾਂ ਦਿੱਲੀ ਤੱਕ ਹੀ ਜਾਂਦਾ। 4 ਘੰਟੇ ਦਾ ਵੱਧ ਤੋਂ ਵੱਧ ਰਸਤਾ ਹੈ, 4 ਘੰਟੇ ਦਾ, ਅਤੇ ਦਿੱਲੀ ਤੱਕ ਹੀ ਜਾਂਦਾ। ਦਿੱਲੀ ਤੋਂ ਅੱਗੇ ਜਦੋਂ ਜਹਾਜ਼ ਉੱਡ ਜਾਏ ਮੁੜ ਕੇ ਖਤਮ ਹੋ ਜਾਂਦਾ। ਇਸ ਵਾਸਤੇ ਸਾਧ ਸੰਗ ਜਾ ਕਉ ਹਰ ਰੰਗ ਲਾਗਾ। ਇਹ ਕਬੀਰ ਸਾਹਿਬ, ਫਿਰ ਇਹ ਸੰਸਾਰ ਸਮੁੰਦਰ ਤੋਂ ਤਰਦਾ ਕੌਣ?
ਤਾਂ ਕਬੀਰ ਜੀ ਕਹਿੰਦੇ ਹੈ ਭਾਈ, ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕੇ ਜਿਸ ਪੁਰਖ ਨੂੰ ਹਰੀ ਪਰਮੇਸ਼ਰ ਦਾ ਪਿਆਰ ਲੱਗ ਗਿਆ ਹੈ, ਧੰਨ ਧੰਨ ਸੂਜਨ ਪੁਰਖ ਸੁਭਾਗਾ। ਉਹ ਪੁਰਖ ਧਨਤਾ ਦੇ ਯੋਗ ਹੈ ਅਤੇ ਉਹ ਸ੍ਰੇਸ਼ਟ ਭਾਗਾਂ ਵਾਲਾ ਪੁਰਖ ਹੈ। ਈ ਤੂਤ ਜਨ ਸਦਾ ਸੁਹੇਲੇ। ਲੋਕ ਅਰ ਪਰਲੋਕ ਦੇ ਵਿੱਚ ਪ੍ਰਭੂ ਦੇ ਸੇਵਕ ਹਮੇਸ਼ਾ ਹੀ ਸੁਖੀ ਹਨ। ਜਨਮ ਪਦਾਰਥ ਜੀਤ ਅਮੋਲੇ। ਪਹਿਲਾਂ ਤਾਂ ਪਾਪੀ ਪੁਰਖਾਂ ਦੀ ਹਾਲਤ ਬਿਆਨ ਕੀਤੀ ਹੈ ਕਿ ਉਹ ਯਮਦੂਤਾਂ ਦੇ ਵਸ ਪੈਂਦਾ ਹੈ। ਪਰ ਜਿਹੜੇ ਗੁਰਦੁਆਰੇ ਦੇ ਬੰਦੇ ਨੇ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਿਖ ਕੇ ਗਰੰਟੀ ਦਿੱਤੀ ਹੈ, ਸ਼ਾਇਦ ਤੁਹਾਨੂੰ ਨਾ ਪਤਾ ਹੋਵੇ, ਸ੍ਰੀ ਗੁਟਕੇ ਸਾਹਿਬ ਪਏ ਨੇ ਅਲਮਾਰੀਆਂ ਵਿੱਚ, ਜਿਹੜੇ ਨਿਤਨੇਮ ਵਾਲਾ ਹਾਲ ਹੈ, ਉਹਦੇ ਵਿੱਚ ਮਹਾਰਾਜ ਨੇ ਲਿਖ ਕੇ ਗਰੰਟੀ ਦਿੱਤੀ ਹੈ। ਉਹ ਆਪਾਂ ਛਾਪਿਆ ਨੇ, ਉਹ ਰੱਖਿਆ ਦੇ ਸ਼ਬਦਾਂ ਦੇ ਵਿੱਚ ਸ਼ਬਦ ਕੀਰਤਨ ਸੋਹਲੇ ਤੋਂ ਪਹਿਲਾਂ ਪ੍ਰਕਰਨ ਰੱਖਿਆ ਦੇ ਸ਼ਬਦ ਜਿਹੜੇ ਸੌਣ ਤੋਂ ਪਹਿਲਾਂ, ਕੀਰਤਨ ਸੋਹਲੇ ਤੋਂ ਪਹਿਲਾਂ ਪੜ੍ਹੀ ਦੇ, ਉਹਦੇ 'ਚ ਗੁਰੂ ਸਾਹਿਬ ਨੇ 2 ਪੰਕਤੀਆਂ ਦਾ ਇੱਕ ਸ਼ਲੋਕ ਲਿਖਿਆ ਹੈ। ਸ਼ਲੋਕ ਜੈ ਹੈ ਸਾਧੂ, ਜਿੱਥੇ ਸਾਧੂ ਹਨ ਮਤਲਬ ਗੁਰੂ ਸਾਹਿਬ ਦੀ ਸੰਗਤ ਜਾਂ ਸਾਧ ਗੁਰੂ ਨਾਨਕ ਸਾਹਿਬ ਹਨ। ਜੈ ਸਾਧੂ ਗੋਬਿੰਦ ਭਜਨ, ਜਿੱਥੇ ਗੋਬਿੰਦ ਦਾ ਭਜਨ ਹੋ ਰਿਹਾ, ਆ ਭਜਨ ਹੀ ਹੈ। ਜਿਹੜੀ ਮਹਾਰਾਜ ਦੀ ਗੁਰਬਾਣੀ ਹੈ ਇਹ ਭਜਨ ਹੈ ਪਰਮਾਤਮਾ ਦਾ। ਕਥਾ ਕੀਰਤਨ ਅਖੰਡ ਪਾਠ ਸਹਿਜ ਪਾਠ ਕੁਛ ਵੀ, ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਸਭ ਵਾਹਿਗੁਰੂ ਜੀ ਦਾ ਭਜਨ ਹੈ। ਨਿਤਨੇਮ ਜਿੱਥੇ ਸਾਧੂ ਬੈਠ ਕੇ ਗੋਬਿੰਦ ਦਾ ਭਜਨ ਕਰ ਰਹੇ ਨੇ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਤੇ ਨਿਤਾ ਪ੍ਰਤੀ ਸਵੇਰ ਸ਼ਾਮ ਕੀਰਤਨ ਹੁੰਦਾ। ਸੱਚਖੰਡ ਉਸੇ ਦਾ ਹੀ ਨਾਮ ਹੈ। ਹਰਿਮੰਦਰ ਸਾਹਿਬ ਨੂੰ ਸੱਚਖੰਡ ਕਿਉਂ? ਕਿਉਂਕਿ ਉੱਥੇ ਕੀਰਤਨ ਹੋ ਰਿਹਾ। ਜਿੱਥੇ ਕੀਰਤਨ ਹੈ ਸੱਚਖੰਡ ਹੈ, ਉੱਥੇ ਯਮਦੂਤਾਂ ਦਾ ਕੰਮ ਕੋਈ ਨਹੀਂ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹੋ ਅਣਾ ਤੂੰ ਅਣਹਿ ਛੁਟੈ ਨਿਕਟ ਨਾ ਜਾਈਓ ਦੂਤ। ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਧਰਮ ਰਾਜਾ ਵੀ ਡਰਦਾ ਹੈ ਸੰਗਤ ਤੋਂ, ਸਾਧੂ ਮਹਾਤਮਾ ਤੋਂ। ਆਪਦੇ ਜਮਦੂਤਾਂ ਨੂੰ ਉਹਨੇ ਹਦਾਇਤ ਕੀਤੀ ਹੋਈ ਹੈ ਬਾਈ ਆਰਡਰ, ਕਿ ਜਿੱਥੇ ਸਾਧੂ ਬੈਠੇ ਹੋਣ, ਬੈਠ ਕੇ ਰੱਬ ਦਾ ਭਜਨ ਕਰਦੇ ਹੋਣ, ਗੁਰਬਾਣੀ ਦਾ ਕੀਰਤਨ ਕਥਾ ਹੁੰਦੀ ਹੋਵੇ, ਖਬਰਦਾਰ ਜੇ ਤੁਸੀਂ ਉੱਥੇ ਕਿਤੇ ਗਏ ਬਿਲਕੁਲ ਨਹੀਂ ਜਾਣਾ। ਜੇ ਤੁਸੀਂ ਕਿਤੇ ਭੁਲੇਖੇ ਨਾਲ ਚਲੇ ਗਏ ਤਾਂ ਰੱਬ ਦੀ ਦਰਗਾਹ 'ਚ ਵੱਜਾ, ਨਾ ਤਾਂ ਮੈਂ ਛੁੱਟੂੰਗਾ ਨਾ ਤੁਸੀਂ ਛੁੱਟੋਗੇ, ਅਤੇ ਸਾਡੀ ਜੰਮਪੁਰੀ ਵੀ ਬਲੌਕ ਹੋ ਜਾਏਗੀ, ਸਾਰਾ ਕੰਮ ਆਪਣਾ ਤਮਾਮ ਹੋ ਜਾਏਗਾ, ਮਹਾਰਾਜ ਦਾ ਗੁੱਸਾ ਹੋਵੇਗਾ। ਇਸ ਲਈ ਯਮਦੂਤਾਂ ਨੂੰ ਸੰਗਤ 'ਚ ਆਉਣ ਦੀ ਆਗਿਆ ਨਹੀਂ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਜੇ ਪਾਤਸ਼ਾਹ ਜੀ ਨੇ ਜਦ ਇੱਕ ਮਾਈ ਦੇ ਰੋਣ ਦੀ ਆਵਾਜ਼ ਅੰਮ੍ਰਿਤ ਵੇਲੇ ਸੁਣੀ ਤਾਂ ਭਾਈ ਬੱਲੂ ਨੂੰ ਭੇਜਿਆ। ਭਾਈ ਬੱਲੂ ਜੀ ਕਹਿਣ ਲੱਗਾ, ਇੱਕ ਮਾਈ ਦਾ ਪੁੱਤਰ ਚੜ੍ਹਾਈ ਕਰ ਗਿਆ ਹੈ ਜੀ। ਸਤਿਗੁਰੂ ਜੀ ਨੇ ਸੁਨੇਹਾ ਭੇਜਿਆ ਕਿ ਮਾਤਾ ਨੂੰ ਆਖੋ ਕਿ ਤੂੰ ਚੁੱਪ ਕਰ ਜਾ ਮਾਤਾ, ਅਸੀਂ ਨਿਤਨੇਮ ਕਰਨਾ ਹੈ। ਅਤੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਭਾਈ ਬੱਲੂ ਨੇ ਮਾਤਾ ਜੀ ਨੂੰ ਸਮਝਾਇਆ ਕਿ ਗੁਰਦੁਆਰਾ ਹੈ, ਗੁਰਦੁਆਰੇ ਨਾ ਤਾਂ ਰੋਈ ਦਾ ਅਤੇ ਨਾ ਹੱਸੀ ਦਾ। ਹੱਸਣ ਵਾਲਾ ਵੀ ਮੂਰਖ ਅਤੇ ਰੋਣ ਵਾਲਾ ਵੀ ਮੂਰਖ, ਅਤੇ ਸੀਰੀਅਸ ਰਹੀਦਾ ਹੈ। ਨਾਮ ਜਪੋ, ਬਾਣੀ ਪੜ੍ਹੋ, ਇੱਕ ਦੂਜੇ ਵੱਲ ਵੇਖਣਾ ਵੀ ਮਨਾ, ਕਿਸੇ ਦਾ ਹਾਲ ਪੁੱਛਣਾ ਵੀ ਮਨਾ। ਚਰਨ ਗੰਗਾ ਤੋਂ ਅੰਦਰ ਗੱਲਾਂ ਬਾਤਾਂ ਕਰਨੀਆਂ ਆਪਾਂ ਗੁਰਦੁਆਰੇ ਤੋਂ ਬਾਹਰ ਕਰ ਸਕਦੇ ਹਾਂ, ਅਤੇ ਇਸ ਲਈ ਇੱਥੇ ਮਨਾਹੀ ਹੈ। ਆਪਦੇ ਧਿਆਨ 'ਚ ਜੇ ਰਹਾਂਗੇ ਤਾਂ ਹੀ ਕੁਛ ਸਾਡੇ ਕਰਨੀ ਪਊਗਾ, ਤਾਂ ਸਮਝ ਆਊਗੀ। ਅਤੇ ਇਸ ਵਾਸਤੇ ਇਹ ਮਾਤਾ ਮਹਾਰਾਜ ਦਾ ਹੁਕਮ ਹੈ ਵੀ ਤੂੰ ਚੁੱਪ ਕਰ ਜਾ। ਕਹਿੰਦੀ ਅੱਛਾ। ਉਹ ਵਿਚਾਰੀ ਚੁੱਪ ਕਰ ਗਈ। ਅਤੇ ਕੁਝ ਕੁ ਮਿੰਟਾਂ ਬਾਅਦ ਫਿਰ ਪਤਾ ਨਹੀਂ ਕੀ ਉਹਨੂੰ ਹੋਲਾ ਜਿਹਾ ਉੱਠਿਆ, ਉਹ ਫਿਰ ਰੋਣ ਲੱਗ ਪਈ। ਜਿਹਦਾ ਮਰਿਆ ਹੋਵੇ ਪਤਾ ਤਾਂ ਉਹਨੂੰ ਹੁੰਦਾ, ਫਿਰ ਸਕਾ ਮੁੰਡਾ ਮਰਿਆ, ਫਿਰ ਇਕੱਲਾ ਇਕੱਲਾ ਮੁੰਡਾ।
ਗੁਰੂ ਸਾਹਿਬ ਕੋਲੋਂ ਰਿਹਾ ਨਾ ਗਿਆ। ਮਹਾਰਾਜ ਨੇ ਕੋਈ ਸ਼ਰਾਪ ਨਹੀਂ ਦਿੱਤਾ, ਕੋਈ ਗੁੱਸੇ 'ਚ ਬਚਨ ਨਹੀਂ ਕੀਤਾ, ਚੁੱਪ ਕਰਕੇ ਮਲਕੜੇ ਜਿਹੇ ਉੱਠ ਖਲੋਤੇ, ਮਾਲਾ ਹੱਥ ਵਿੱਚ ਫੜੀ ਹੋਈ ਆ, ਸਤਨਾਮ ਵਾਹਿਗੁਰੂ 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 ਕਰਦਿਆਂ, ਚਿੱਟਾ ਦਾੜਾ, 100 ਸਾਲ ਤੋਂ ਉੱਪਰ ਉਮਰ, ਬਜ਼ੁਰਗ ਅਵਸਥਾ, ਚਿੱਟੇ ਬਸਤਰ, ਸੋਹਣੀ ਗੋਲ ਚਿੱਟੀ ਦਸਤਾਰ, ਸੋਹਣਾ ਸੁਨੱਖਾ ਤੇ ਮਧੁਰਾ ਕੱਦ ਹੈ। ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਬਾਹਰ ਆਏ। ਆਖਿਆ ਮਾਤਾ ਇਹ ਨਾਮ ਜਪਣ ਦਾ ਵੇਲਾ ਹੈ ਤੇ ਤੂੰ ਰੋ ਕਿਉਂ ਰਹੀ ਹੈ? ਉਹਨੇ ਮਹਾਰਾਜ ਦੇ ਪੈਰ ਫੜੇ, ਕਹਿੰਦੀ ਸੱਚੇ ਪਾਤਸ਼ਾਹ ਆ ਮੇਰਾ ਪੁੱਤਰ ਜਿਉਂਦਾ ਕਰ ਦਿਓ, ਮੈਂ ਭਲਾ ਕਿਉਂ ਰੋਊਂਗੀ? ਮੈਨੂੰ ਆਪਣੇ ਆਪ ਹੀ ਰੋਣ ਆਉਂਦਾ, ਮੈਂ ਚਾਹੁੰਦੀ ਤਾਂ ਨਹੀਂ ਵੀ ਇਸ ਤਰ੍ਹਾਂ ਮੈਂ ਰੌਲਾ ਪਾਵਾਂ। ਤੇ ਮਹਾਰਾਜ ਨੇ ਆਖਿਆ ਵੀ ਸਵੇਰ ਆ ਨਾਮ ਜਪ ਲੈਣ ਦੇ, ਨਿਤਨੇਮ ਕਰ ਲੈਣ ਦੇ, ਵੀ ਦਿਨ ਚੜ੍ਹੇ ਤੇਰੀ ਬੇਨਤੀ ਸੁਣ ਲਾਂਗੇ, ਜਿਉਂਦਾ ਕਰ ਦਿਆਂਗੇ। ਤੇ ਨਾ ਵਾਧਾ ਰਿਹਾ। ਕਹਿੰਦੀ ਮਹਾਰਾਜ ਵੀ ਇੰਨਾ ਟਾਈਮ ਮੈਂ ਕਿਵੇਂ ਵਿਛੋੜਾ ਸਹਾਰੂੰਗੀ? ਗੁਰੂ ਸਾਹਿਬ ਦਿਆਲੂ ਕਿਰਪਾਲੂ ਆਪ ਦਾ ਚਰਨ ਉਸ ਬੱਚੇ ਦੇ ਸੀਸ ਨੂੰ ਛੁਹਾਇਆ। ਆਖਿਆ ਉੱਠ ਭਾਈ ਕਾਕਾ, ਤੇਰੀ ਮਾਂ ਰੋ ਰਹੀ ਹੈ, ਤੂੰ ਇਹਦੇ ਨਾਲ ਘਰ ਨੂੰ ਜਾ। ਉਹ ਸਤਨਾਮ ਵਾਹਿਗੁਰੂ ਵਾਹਿਗੁਰੂ ਕਰਦਾ ਉੱਠ ਕੇ ਬੈਠ ਗਿਆ। ਉਸ ਤੋਂ ਬਾਅਦ ਮਹਾਰਾਜ ਨੇ 22 ਆਰਡਰ ਧਰਮ ਰਾਜੇ ਨੂੰ ਸੁਨੇਹਾ ਭੇਜਤਾ ਵੀ ਖਬਰਦਾਰ ਪੁੱਤ, ਜੇ ਤੂੰ ਇੱਧਰ ਵੜਿਆ, ਇੱਥੇ ਮੈਂ ਰਹਿ ਰਿਹਾ, ਤੂੰ ਨਿੱਤ ਬੰਦੇ ਮਾਰੂੰਗਾ ਤੇ ਨਿੱਤ ਮੈਨੂੰ ਭਾਣੇ 'ਚ ਦਖਲ ਦੇਣਾ ਪਊਗਾ, ਤੇ ਤੂੰ ਗੋਂਦਵਾਲ ਸਾਹਿਬ ਨਹੀਂ ਆਉਣਾ ਜਿੰਨਾ ਚਿਰ ਮੈਂ ਇੱਥੇ ਰਹਿ ਰਿਹਾ। ਉਹ ਧਰਮ ਰਾਜਾ ਵੇਖੋ, ਨਾਮ ਸੁਣੇ ਸੁਤ ਭਾਣ ਡਰਿਓ, ਇਹ ਬਾਣੀ ਵਿੱਚ ਲਿਖਿਆ ਹੋਇਆ ਹੈ। ਕੋਈ ਚੁਟਕਲਾ ਜਾਂ ਮਨ ਘੜਤ ਸਾਖੀ ਨਹੀਂ, ਇਹ ਇਤਿਹਾਸ ਹੈ। ਇਤਿਹਾਸ ਵਿੱਚ ਵੀ ਦਰਜ ਹੈ, ਗੁਰਬਾਣੀ ਵਿੱਚ ਵੀ ਇਹਦੀ ਗਵਾਹੀ ਹੈ ਕਿ ਗੁਰੂ ਅਮਰਦਾਸ ਜੀ ਦਾ ਨਾਮ ਸੁਣਦਿਆਂ ਹੀ ਜਿਹੜਾ ਭਾਣ ਨਾਮ ਹੈ ਸੂਰਜ ਦਾ ਸੁੱਤ ਪੁੱਤਰ ਕੌਣ? ਧਰਮ ਰਾਜਾ। ਸੂਰਜ ਦਾ ਪੁੱਤਰ ਧਰਮ ਰਾਜਾ ਵੀ ਥਰ ਥਰ ਕੰਬਦਾ। ਇਸ ਲਈ ਜਿਹੜੇ ਬੋਲੀ ਸਾਹਿਬ ਦੇ ਵਿੱਚ ਮਹਾਰਾਜ ਨੇ ਵਰ ਦਿੱਤਾ ਹੈ, 84 ਜਪਜੀ ਸਾਹਿਬ ਦੇ ਪਾਠ ਕਰਦੇ ਸਨ, ਕੇਸੀ ਇਸ਼ਨਾਨ ਕਰਕੇ ਉਹਨਾਂ ਦੀ ਮੁਕਤੀ ਹੋ ਜਾਂਦੀ ਹੈ, ਯਮਦੂਤਾਂ ਦੇ ਵੱਸ ਨਹੀਂ ਪੈਂਦੇ। ਇਸ ਵਾਸਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨੀ ਜ਼ਰੂਰੀ ਹੈ। ਗੁਰੂ ਸਾਹਿਬ ਨੇ ਤਾਂ ਬਚਨ ਕੀਤਾ ਸੀ ਕਿ ਕਿਸੇ ਮਾਂ ਦੇ ਹੁੰਦਿਆਂ ਉਹਦਾ ਜਵਾਨ ਪੁੱਤ ਚੜ੍ਹਾਈ ਨਹੀਂ ਕਰੂਗਾ, ਪਰ ਮਹਾਰਾਜ ਦੀ ਕਿਰਪਾ ਨਾਲ ਧਰਮ ਰਾਜਾ ਇੰਨਾ ਡਰ ਗਿਆ ਵੀ ਉਹ ਅੰਦਰ ਹੀ ਨਹੀਂ ਵੜਿਆ। ਕੋਈ ਪਸ਼ੂ ਪੰਛੀ, ਬੰਦਾ ਤਾਂ ਕੀ ਪੰਛੀ ਵੀ ਨਹੀਂ ਸੀ ਮਰਿਆ। ਇਸ ਲਈ ਉਸ ਟਾਈਮ ਦੇ ਉਹ ਗਵਾਸਤਾ ਸ਼ਹਿਰ ਬਣ ਗਿਆ ਸ੍ਰੀ ਗੋਇੰਦਵਾਲ ਸਾਹਿਬ। ਹੁਣ ਵੈਸੇ ਇੰਨੀ ਡਿਵੈਲਪਮੈਂਟ ਨਹੀਂ, ਪੁੱਡਾ ਵਾਲਿਆਂ ਨੇ ਪਲਾਟ ਕੱਟੇ ਸੀ, ਪਰ ਜਿਨ੍ਹਾਂ ਲਏ ਉਹਨਾਂ ਰੋ ਕੇ ਵੇਚੇ, ਬੜੇ ਪਛਤਾਏ। ਕਹਿੰਦੇ ਫੈਕਟਰੀ ਲੱਗੂਗੀ, ਆ ਉਹ ਸਰਕਾਰਾਂ ਪਤਾ ਨਹੀਂ ਕੀ ਕਰਦੀਆਂ। ਪੰਜਾਬ ਦਾ ਇੱਕ ਮਤਰੇਈ ਮਾਂ ਵਾਲਾ ਸਲੋਕ ਹੁੰਦਾ, ਕੋਈ ਰੁਜ਼ਗਾਰ ਦਾ ਸਾਧਨ ਨਹੀਂ। ਤੇ ਇਸ ਵਾਸਤੇ ਦੁਨੀਆ ਬੇਰੁਜ਼ਗਾਰ ਤੁਰੀ ਫਿਰਦੀ, ਬੱਚੇ ਸਾਡੇ ਬੜੇ ਸੋ ਕਠਿਨ ਅਵਸਥਾ ਦੇ ਵਿੱਚੋਂ ਲੰਘ ਰਹੇ ਨੇ। ਤਾਈਓ ਸਾਰੇ ਵੀਜ਼ੇ ਲਵਾ ਕੇ, ਜਿਹੜਾ ਕੋਈ ਪੜ੍ਹਿਆ ਲਿਖਿਆ ਚੰਗਾ ਹੁੰਦਾ ਉਹ ਇੰਡੀਆ ਛੱਡ ਕੇ ਬਾਹਰ ਨੂੰ ਚਲੇ ਜਾਂਦਾ। ਇਹ ਤਾਂ ਸਾਡੇ ਵਰਗੇ। ਸੋ ਮਹਾਰਾਜ ਕਿਰਪਾ ਕਰਨ। ਪਾਤਸ਼ਾਹ ਜੀ ਫਰਮਾਉਂਦੇ ਹਨ, ਈਤ ਊਤ ਜਨ ਸਦਾ ਸੁਹੇਲੇ। ਜਿਹੜੇ ਵਾਹਿਗੁਰੂ ਦੇ ਸੇਵਕ ਨੇ, ਉਹਦੇ ਪਿਆਰ ਵਾਲੇ ਨੇ, ਉਹ ਇਸ ਲੋਕ ਵਿੱਚ ਵੀ ਸੁਖੀ ਨੇ। ਨਾਮ ਜਪਣ ਵਾਲਾ ਜਿਹੜਾ 5 ਬਾਣੀਆਂ ਪੜ੍ਹਦਾ ਤੇ ਗਾਤਰਾ ਪਾਇਆ ਹੋਇਆ, ਤੁਸੀਂ ਕਿਤੇ ਸੜਕ ਤੇ ਮੰਗਦਾ ਨਹੀਂ ਵੇਖੋਗੇ। ਅੰਮ੍ਰਿਤਧਾਰੀ ਸਿੰਘ, ਕੇਸਾਧਾਰੀ, ਕਕਾਰਾਂ ਵਾਲਾ ਤੇ 5 ਬਾਣੀਆਂ ਦਾ ਨਿਤਨੇਮੀ, ਉਹਨੂੰ ਕਦੀ ਕਿਸੇ ਕੋਲੋਂ ਮੰਗਣ ਦੀ ਲੋੜ ਨਹੀਂ ਪਏਗੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੀ ਇਹ ਲੋੜ ਵੀ ਇਸ ਲੋਕ ਦੀ ਵੀ ਪੂਰੀ ਕਰਦੇ ਨੇ ਤੇ ਪਰਲੋਕ ਦੇ ਵਿੱਚ ਵੀ ਉਹਦੀ ਬਾਂਹ ਫੜਦੇ ਹਨ। ਸੋ ਜਿਹੜੇ ਰੱਬ ਦੇ ਪਿਆਰ ਵਾਲੇ ਨੇ, ਉਹਦੇ ਸੇਵਕ ਨੇ, ਉਹ ਸੋ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਜਹ ਜਾਈਏ ਤਾਹਾਂ ਸੁਹੇਲੇ। ਆ ਪੈਪਸੂ ਜਿਹੜੀ ਰੋਡਵੇਜ ਹੈ ਪਟਿਆਲੇ ਦੀ, ਉਹਨਾਂ ਦੀਆਂ ਬੱਸਾਂ 'ਤੇ ਘੋੜਾ ਜਿਹਾ ਬਣਿਆ ਹੁੰਦਾ
ਅਤੇ ਉਹ ਹਮੇਸ਼ਾ ਹੀ ਪੰਕਤੀ ਮੇਰੀਆਂ ਅੱਖਾਂ 'ਚ ਰਹਿੰਦੀ ਹੈ। ਉਹਦੇ 'ਤੇ ਲਿਖਿਆ ਹੁੰਦਾ, ਜੈ ਜਾਈਏ ਤਾਂ ਸੁਹੇਲੇ, ਗੁਰਪੂਰਾ ਭੇਟਿਓ ਵਡਭਾਗੀ ਵਾਲੇ ਹੁਕਮਨਾਮੇ 'ਚ ਪੰਕਤੀ ਹੈ, ਜਹ ਜਾਈਏ ਤਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਸੋ ਰੱਬ ਦੇ ਪਿਆਰ ਵਾਲੇ ਜਿੱਥੇ ਜਾਂਦੇ ਉੱਥੇ ਸੁਖੀ ਹਨ, ਇਸ ਲੋਕ ਦੇ ਵਿੱਚ ਵੀ ਅਤੇ ਪਰਲੋਕ ਦੇ ਵਿੱਚ ਵੀ। ਕਬੀਰ ਜਿਸ ਮਰਨੇ ਤੇ ਜਗ ਡਰੈ, ਦੁਨੀਆ ਥਰ ਥਰ ਕੰਬਦੀ ਹੈ, ਕੋਈ ਮੌਤ ਦਾ ਨਾਮ ਲੈਣਾ ਵੀ ਪਸੰਦ ਨਹੀਂ ਕਰਦਾ, ਪਰ ਕਬੀਰ ਜੀ ਕਹਿੰਦੇ ਕਿ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਕਿਉਂ, ਕਿਉਂਕਿ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਸਰੀਰ ਦੇ ਹੁੰਦਿਆਂ ਤਾਂ 100 ਦੁੱਖ 100 ਕਲੇਸ਼, ਕਿਸੇ ਨੇ ਗੱਲ ਕਰਤੀ, ਕਿਸੇ ਦੀ ਸੁਣਤੀ, ਆ ਸਿੰਘਾਂ ਦੀ ਲੜਦਿਆਂ ਹੀ ਜ਼ਿੰਦਗੀ ਲੰਘ ਗਈ। ਅਸਲੀ ਆਨੰਦ ਤਾਂ ਮਰਨ ਤੋਂ ਬਾਅਦ ਆ। ਵੇਖੋ ਆਨੰਦ ਦੇ ਸਹਿਜ ਇੱਥੇ ਸ਼ਹੀਦ ਸਿੰਘ ਹਾਜ਼ਰ ਨੇ, ਤਾਈਓ ਤਾਂ ਰੌਣਕਾਂ ਲੱਗੀਆਂ ਹੋਈਆਂ। ਮੜੀਆਂ ਦੇ ਵਿੱਚ ਕੋਈ ਬੰਦਾ ਦਿਖਾਓ, ਉੱਥੇ ਕੋਈ ਦੀਵਾ ਜਗਦਾ ਦਿਖਾਓ। ਮਤਲਬ ਇਹ ਸ਼ਹੀਦਾਂ ਦਾ ਪਵਿੱਤਰ ਸ਼ਹੀਦੀ ਅਸਥਾਨ ਅੰਗੀਠਾ ਸਾਹਿਬ ਹੈ। ਜਿਨ੍ਹਾਂ ਕਮਾਈਆਂ ਕੀਤੀਆਂ, ਰੱਬ ਦਾ ਨਾਮ ਜਪਿਆ, ਜ਼ਿੰਦਗੀ ਸਫਲ ਕਰ ਲਈ। ਵੇਖੋ ਕਿੰਨੀਆਂ ਜੋਤਾਂ, 5 6 7 ਜੋਤਾਂ ਜਗਦੀਆਂ ਨੇ। ਇੱਕ ਡਿਊਟੀ 'ਚ ਕਮਰਾ ਬਣਿਆ ਹੋਇਆ ਮਹਾਂਪੁਰਖਾਂ ਦੇ ਨਾਂ 'ਤੇ, ਉੱਥੇ ਵੀ ਜੋਤ ਜਗਦੀ ਹੈ। 2 ਇੱਥੇ ਹੇਠਾਂ ਅਤੇ 2 ਉੱਪਰ ਨੇ। ਇਸ ਵਾਸਤੇ ਦੇਸੀ ਘਿਓ, ਕੜਾ ਪ੍ਰਸ਼ਾਦ, ਕਿੰਨੇ ਕੁਇੰਟਲਾਂ ਦੇ ਕੁਇੰਟਲ, 10ਵੀਂ ਦੇ ਦਿਹਾੜੇ 'ਤੇ। ਇੱਥੇ ਕੋਈ ਜਿਉਂਦਾ ਹੈ, ਕੋਈ ਜਾਗਦਾ ਹੈ, ਵੱਸਦਾ ਘਰ ਹੈ, ਤਾਂ ਹੀ ਪ੍ਰਾਹੁਣਿਆਂ ਦੀ ਤਰ੍ਹਾਂ ਰੌਣਕ ਲੱਗੀ ਹੋਈ ਹੈ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਜਨਮ ਪਦਾਰਥ ਜੀਤਾ ਮੋਲੇ, ਜੋ ਆਪਣੇ ਇਸ ਅਮੋਲਕ ਮਨੁੱਖਾ ਜਨਮ ਰੂਪੀ ਪਦਾਰਥ ਵਸਤੂ ਨੂੰ ਜਿੱਤ ਕੇ ਜਾਂਦੇ, ਭਾਵ ਕਾਮ ਆਦਿਕ ਵਿਸ਼ਿਆਂ ਦੇ ਵਿੱਚ ਆਪਦੇ ਸਰੀਰ ਨੂੰ ਖੇ ਖਰਾਬ ਨਹੀਂ ਕਰਦੇ। ਜਾਗਤ ਸੋਇਆ ਜਨਮ ਗਵਾਇਆ, ਪਰਮੇਸ਼ਰ ਦੇ ਅਮੋਲਕ ਨਾਮ ਨੂੰ ਗੁਰਾਂ ਦੁਆਰਾ ਪ੍ਰਾਪਤ ਕਰਕੇ ਉਹਨਾਂ ਨੇ ਆਪਣਾ ਮਨੁੱਖਾ ਜਨਮ ਰੂਪੀ ਪਦਾਰਥ ਕਾਮ ਕ੍ਰੋਧ ਆਦਿਕ ਵੈਰੀਆਂ ਤੋਂ ਜਿੱਤ ਲਿਆ ਹੈ। ਇਸ ਲਈ ਗੁਰਮੁਖ ਸੂਰਮੇ ਨੇ ਜਿਹੜਾ 10 ਇੰਦਰੀਆਂ 'ਤੇ ਫਤਿਹ ਪਾਏ, ਉਹ ਸੂਰਮਾ ਹੈ। ਅਤੇ ਜਿਹੜਾ ਮਨ ਨੂੰ ਜਿੱਤ ਲੈ, ਉਹ ਅਤਰਥੀ ਸੂਰਮਾ ਹੈ। ਇਸ ਵਾਸਤੇ ਇਹਨਾਂ ਨੇ ਮਨ ਜਿੱਤਿਆ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸਤਾਂਕੈ, ਜਾ ਕਾ ਸਤਿਗੁਰ ਪੂਰਾ। ਇਹ ਗੁਰਮੁਖ ਕਾਮ ਆਦਿਕ ਵੈਰੀਆਂ ਨੂੰ ਜਿੱਤ ਕੇ, ਬਾਹਰੀ ਸੂਰਮੇ ਵੀ ਨੇ, ਅੰਦਰਲੇ ਸੂਰਮੇ ਵੀ ਹਨ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਘਟ ਮਰੈ, ਕਬਹੂ ਨਾ ਛੱਡੈ ਖੇਤ। ਅਤੇ ਆਪਾਂ ਜਾਗਤ ਸੋਇਆ, ਜਾਗਦੇ ਹੋਏ ਵੀ ਸੁੱਤੇ ਪਏ ਹਾਂ। ਮੈਂ ਪਰਸੋਂ ਚੌਥ ਜਿਹੜਾ ਅੰਬ ਸਾਹਿਬ ਸਮਾਗਮ ਮਨਾਇਆ, ਗੁਰਪੁਰਬ ਸੀਗਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ, ਅਤੇ ਮੈਂ ਆਪਣੇ ਆਪ 'ਚ ਬਹੁਤ ਮਹਿਸੂਸ ਕੀਤਾ, ਪਤਾ ਨਹੀਂ ਕੀ ਹੋਇਆ। ਮਹਾਰਾਜ ਦੇ ਕੋਲ ਹੀ ਬੈਠਾ ਹੋਇਆ, ਚੰਗਾ ਭਲਾ ਹੁਕਮਨਾਮਾ ਸੁਣਿਆ ਵੀ। ਜਦ ਪ੍ਰਸ਼ਾਦ ਲੈ ਕੇ ਬਾਹਰ ਆਏ, ਇੱਕ ਬੀਬੀ ਮਾਈ ਭੈਣ ਕਹਿੰਦੀ ਮੈਂ ਲੰਗਰ 'ਚ ਚਲੀ ਗਈ ਅਤੇ ਪਾਸੇ ਹੋ ਗਈ ਵੀ ਤੁਸੀਂ ਹੁਕਮਨਾਮਾ ਸੁਣਿਆ? ਮੈਂ ਕਿਹਾ ਜੀ ਹਾਂ ਸੁਣਿਆ। ਕਹਿੰਦੇ ਸੁਣਾਓ ਕੀ ਹੁਕਮਨਾਮਾ? ਮੈਂ ਚੇਤੇ ਕਰ ਕਰ ਹੰਭ ਗਿਆ, ਮੈਨੂੰ ਚੇਤਾ ਨਹੀਂ ਆਇਆ। ਸੱਚੀ ਗੱਲ ਹੈ, ਲਾਗੇ ਬਹਿ ਕੇ ਸੁਣਿਆ ਵੀ ਆ, ਅੱਖਾਂ ਵੀ ਖੁੱਲ੍ਹੀਆਂ ਨੇ, ਸਭ ਕੁਝ ਵੇਖ ਵੀ ਰਹੇ ਹਾਂ। ਉਹ ਪਤਾ ਨਹੀਂ ਕੀ ਹੋ ਗਿਆ। ਅਤੇ ਮੇਰੇ ਨਾਲ ਹੋਰ ਵੀ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਸਾਨੂੰ ਵੀ ਨਹੀਂ ਪਤਾ। ਦੱਸੋ, ਜਾਗਦਾ ਬੰਦਾ ਵੀ ਸੁੱਤਾ ਹੋਇਆ ਹੈ। ਇਉਂ ਹੀ ਸਾਡਾ ਜਨਮ ਤੁਰਿਆ ਜਾ ਰਿਹਾ ਹੈ। ਸੋ ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲਿਆ ਜਾਏ। ਸੁਣਦਿਆਂ ਗਿਣਦਿਆਂ ਸਮਝਦਿਆਂ ਕੁਛ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ ਰਿਹਾ। ਉਦੋਂ ਹੀ ਪਤਾ ਚੱਲਦਾ ਜਦੋਂ ਦਿਨ ਚੜ੍ਹ ਜਾਂਦਾ ਅਤੇ ਰਾਤ ਪੈ ਜਾਂਦੀ, ਫਿਰ ਰਾਤ ਲੱਗ ਜਾਂਦੀ, ਫਿਰ ਦਿਨ ਚੜ੍ਹ ਜਾਂਦਾ। ਇਉਂ ਸਾਲਾਂ ਦੇ ਸਾਲ ਕਿੰਨੇ ਵੇਖੋ ਗੁਜ਼ਰ ਗਏ ਨੇ। ਅਗਲਿਆਂ 'ਚ
ਕੋਈ ਪਤਾ ਨਹੀਂ ਵੀ ਸਫਲਤਾ ਮਿਲੇ ਜਾਂ ਨਾ ਮਿਲੇ, ਉਮਰ ਵੀ ਇਸ ਤਰ੍ਹਾਂ ਗੁਜ਼ਰ ਜਾਂਦੀ ਹੈ। ਸੋ ਜਾਗਤ ਸੋਇਆ, ਮਨਮੁਖ ਨੇ ਜਾਗ ਅਤੇ ਸੌਂ ਕਰਕੇ ਹੀ ਭਜਨ ਸਿਮਰਨ ਤੋਂ ਬਿਨਾਂ ਜਨਮ ਗਵਾਇਆ, ਮਨੁੱਖਾ ਜਨਮ ਵਿਅਰਥ ਗਵਾ ਲਿਆ। ਇਸੇ ਪ੍ਰਕਾਰ ਜਾਗਤ ਸੋਇਆ ਜਨਮ ਗਵਾਇਆ। ਅਸੀਂ ਪੜ੍ਹੇ ਲਿਖੇ ਆਪਦੇ ਆਪ ਨੂੰ ਗਿਆਨੀ ਮੰਨਣ ਵਾਲੇ ਪੰਡਤ ਵਿਦਵਾਨ, ਜਾਗਦੇ ਹੋਏ ਵੀ, ਜਾਗਦੇ ਦਿਮਾਗ ਵਾਲੇ ਵੀ, ਸੋ ਸੁੱਤੇ ਹੋਇਆਂ ਅਵਧਿਆ ਦੀ ਨੀਂਦ ਦੇ ਵਿੱਚ ਸਾਡਾ ਦਿਮਾਗ, ਕੋਈ ਵੀ ਵੱਡੇ ਤੋਂ ਵੱਡਾ ਸਾਇੰਸਦਾਨ ਹੈ, ਪੂਰਾ ਕੰਮ ਨਹੀਂ ਕਰਦਾ 100%। ਸਾਇੰਸਦਾਨ ਦਾ ਵੀ ਵੱਧ ਤੋਂ ਵੱਧ ਜੇ ਕੰਮ ਕਰੇ ਤਾਂ 10% ਕਰਦਾ, 90% ਸੁੱਤਾ ਪਿਆ ਹੈ। ਅਤੇ ਆਮ ਇਨਸਾਨ ਦਾ ਦਿਮਾਗ ਤਾਂ ਮਸਾਂ ਹੀ 1 ਜਾਂ 10% ਕੰਮ ਕਰਦਾ ਹੋਊਗਾ। ਪਰ ਜਿਹੜੇ ਭਜਨ ਕਰਦੇ ਨੇ, ਵਾਹਿਗੁਰੂ ਦੀ ਕਿਰਪਾ ਹੋ ਜਾਂਦੀ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਨ੍ਹਾਂ ਦਰਸ਼ਨ ਕੀਤੇ ਨੇ ਔਰ ਉਹਨਾਂ ਦੀ ਗੱਲਬਾਤ ਸੁਣੀ ਹੈ, ਰਿਕਾਰਡਿੰਗਾਂ ਪਈਆਂ ਹੋਈਆਂ। ਵੱਡੇ ਵੱਡੇ ਵਕੀਲ ਉਹਨਾਂ ਦੀ ਈਨ ਮੰਨਦੇ ਸੀ, ਵੱਡੇ ਵੱਡੇ ਲੋਕ ਹਾਜ਼ਰ ਜਵਾਬ, ਔਰ 2 ਅਰਫੀ ਸਕਿੰਟਾਂ ਵਿੱਚ ਗੱਲ ਨਿਬੇੜਨੀ। ਬਹੁਤਾ ਸੋ ਜਲੇਬੀਦਾਰ ਗਿਆਨ ਜਾਂ ਬਹੁਤਾ ਵਖਿਆਨ ਨਹੀਂ ਕਰਨਾ। ਤੋ ਬਾਣੀ ਵੀ ਪੜ੍ਹੀ ਜਾਣੀ ਅਤੇ ਨਾਲ ਨਾਲ ਕਥਾ ਵੀ ਸੁਣੀ ਜਾਣੀ, ਜ਼ਿੰਮੇਵਾਰੀ ਵੀ, ਸਾਰੇ ਕੰਮ। ਤੋ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਵੀ ਆਪਾਂ ਸੁੱਤੇ ਹੋਏ ਹਾਂ। ਕਿਉਂ ਸੁੱਤੇ ਹੋਏ ਹਾਂ? ਮਾਲ ਧਨ ਜੋਰਿਆ। ਜਿਹੜਾ ਡੰਗਰ ਮਾਲ, ਸੰਪਦਾ, ਵਿਭੂਤੀ, ਜ਼ਮੀਨ ਜਾਇਦਾਦ, ਪ੍ਰੋਪਰਟੀ ਅਤੇ ਵਿਭੂਤੀ, ਧਨ, ਕੈਸ਼ ਮਨੀ ਇਤਿਆਦਿਕ ਪਦਾਰਥ ਜੋੜ ਕੇ ਮੁੜਕੀ ਹੋਏ ਪਏ ਆ, ਹੰਭੇ ਪਏ ਆ। ਅਮਰੀਕਾ ਮੈਂ ਵੇਖਿਆ, ਕਿਸੇ ਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਉਹ ਨਿਕੰਮੇ ਹੋ, ਇੰਨੀ ਮਾਰ ਨੇ ਤੁਹਾਡੇ 'ਤੇ ਕਿਰਪਾ ਕੀਤੀ ਵੀ ਸਿਰ ਕਿਉਂ ਵਢਾਤਾ? ਪੰਜਾਬੀ ਬੰਦੇ ਹੋ ਤੁਸੀਂ, ਵੀ ਕੇਸ ਕਿਉਂ ਕਟਾਤੇ? ਕਹਿੰਦੇ ਕੀ ਕਰੀਏ ਜੀ, ਕੇਸੀ ਚਲਾਉਣ ਦਾ ਟਾਈਮ ਨਹੀਂ ਲੱਗਦਾ। ਸੱਚਮੁੱਚ ਹੀ ਗੱਲ ਇਸੇ ਤਰ੍ਹਾਂ ਹੀ ਹੈ। ਕਹਿੰਦੇ ਤੁਸੀਂ ਵੀ ਰਹੋਗੇ ਅਤੇ ਤੁਹਾਨੂੰ ਵੀ ਪਤਾ ਲੱਗੂਗਾ ਵੀ 24 ਘੰਟਿਆਂ 'ਚੋਂ ਕਈ ਵਾਰ 20 ਘੰਟੇ ਕੰਮ ਕਰਨਾ ਪੈਂਦਾ, ਨਹਾਉਣ ਦਾ ਟਾਈਮ ਨਹੀਂ ਲੱਗਦਾ। ਮੈਂ ਵੇਖਿਆ, ਅਤੇ ਉਹ ਗਲਾਸ ਵੀ ਰੈਡੀਮੇਡ ਹੀ ਮੂੰਹ ਦੇ ਨਾਲ ਚਲਦਿਆਂ ਕਾਰ ਦੇ ਵਿੱਚ। ਆ ਚਾਈਨਾ ਦੇ ਵਿੱਚ ਲੋਕ ਵੇਖੇ ਕੱਪੜੇ ਨਹੀਂ ਧੋਂਦੇ, ਗੰਦੇ ਹੋ ਗਏ ਤੇ ਸੁੱਟ ਦੇਣਾ, ਧੋਣ ਦਾ ਟਾਈਮ ਹੀ ਨਹੀਂ, ਨਹਾਉਂਦੇ ਨਹੀਂ। ਸੈਂਟ ਸੁੰਟ ਲਾਇਆ, ਚਲੋ ਮੇਰੇ ਭਾਈ। ਇੱਕ ਮੈਨੂੰ ਵੀ ਕਹਿਣ ਲੱਗਾ, ਕਹਿੰਦੇ ਸਨੋਅ ਪੈਂਦੀ ਹੈ, ਬਚ ਕੇ ਰਹੋ। ਮੈਂ ਕਿਹਾ ਕੁਛ ਨਹੀਂ ਹੁੰਦਾ। ਜੇ ਨਹਾਉਣ ਤੋਂ ਬਾਅਦ ਬੰਦਾ ਮਰ ਗਿਆ ਇਹਦੇ ਨੂੰ ਚੰਗੀ ਗੱਲ ਕੀ ਹੈ? ਅਤੇ ਜੇ ਬਗੈਰ ਨਹਾਉਣ ਤੋਂ ਮਰ ਗਿਆ ਅਤੇ ਫਿਰ ਤਾਂ ਕੰਮ ਔਖਾ ਹੀ ਆ। ਅਤੇ ਇਸ ਵਾਸਤੇ ਸਨੋਅ ਪੈਂਦੀ ਜ਼ਰੂਰ ਹੈ, ਪਰ ਠੰਡ ਨਹੀਂ ਲੱਗਦੀ। ਤੋ ਇਸ ਲਈ ਸੋ ਜਿਹੜੀ ਚੀਜ਼ ਕੰਮ ਨਹੀਂ ਆਉਣੀ ਉਹਨੂੰ ਜੋੜੀ ਜਾਂਦੇ ਆ। ਨਹਾਉਣ ਦਾ ਟਾਈਮ ਵੀ ਨਹੀਂ, ਸੰਗਤ ਵਿੱਚ ਆਉਣ ਦਾ ਤਾਂ ਭਲਾ ਕੀ ਸਮਾਂ ਲੱਗਣਾ। ਵੈਸੇ ਗੁਰਮੁਖ ਪਿਆਰੇ ਜਿੱਥੇ ਵੀ ਹਨ, ਇੱਥੇ ਨੇ ਕਿਤੇ ਹੋਰ ਨੇ, ਅਤੇ ਉਹਨਾਂ ਦੀ ਚੜ੍ਹਦੀ ਕਲਾ ਹੈ। ਬਹੁਤਾ ਨਹੀਂ ਤਾਂ ਸ਼ਨੀ ਐਤਵਾਰ ਤਾਂ ਆਪ ਦਾ ਸਮਾਂ ਕੱਢਦੇ ਨੇ। ਮਹਾਰਾਜ ਕਹਿੰਦੇ ਵੀ ਸਮਾਂ ਕੱਢੋ ਭਾਈ, ਜੋੜਨ ਦੇ ਵਿੱਚ ਹੀ ਨਾ ਲੱਗੇ ਰਹੋ। ਜਿਹੜਾ ਜੋੜਨ 'ਚ ਲੱਗਾ ਹੋਇਆ ਉਹ ਸਮਝ ਲਓ ਸੁੱਤਾ ਪਿਆ ਹੈ, ਭਇਆ ਪਰਾਇਆ। ਕਿਉਂਕਿ ਮਰਨ ਲੱਗਿਆਂ ਅੰਤ ਨੂੰ ਸਭ ਬੇਗਾਨਾ ਹੋ ਜਾਂਦਾ। ਉੱਧਰੋਂ ਬੁੱਢੇ ਦਾ ਘੋਰੜੂ ਵੱਜਦਾ ਹੁੰਦਾ, ਉਹਦੇ ਭਾ ਦੀ ਬਣੀ ਵਕਤ ਪਿਆ ਹੁੰਦਾ, ਯਮਦੂਤ ਉਹਨੂੰ ਕੁੱਟਦੇ ਤੇ ਮਾਰਦੇ। ਇੱਧਰ ਧੀਆਂ ਪੁੱਤ, ਉਹ ਧੀ ਕਹਿੰਦੀ ਆ ਵੀ ਮੈਨੂੰ ਕਾਂਟੇ ਤੇ ਕਿੱਲ ਚਾਹੀਦੇ, ਕੋਈ ਕਹਿੰਦਾ ਮੈਨੂੰ ਕੜਾ ਚਾਹੀਦਾ, ਅਤੇ ਆਪਦੇ ਮਨ ਦੇ ਵਿੱਚ ਹੀ ਵੰਡੀਆਂ ਪਾਉਣ ਲੱਗ ਪੈਂਦੇ। ਉਹ ਵਿਚਾਰਾ ਚੜ੍ਹਾਈ ਕਰ ਗਿਆ, ਪਤਾ ਨਹੀਂ ਕਿਹੜੇ ਹਾਲ 'ਚ ਹੋਵੇ, ਅਤੇ ਇੱਥੇ ਰੌਲਾ ਪਿਆ ਹੋਇਆ ਵੀ ਬੁੱਢੇ ਨੂੰ ਚੁੱਕਣ ਤਾਂ ਦੇਣਾ, ਇੱਥੇ ਪਹਿਲਾਂ ਲਿਖੋ ਆ ਮੇਰਾ ਅਤੇ ਉਹ ਤੇਰਾ। ਹੈ ਕੋਈ ਦੁਨੀਆ? ਕਿਸੇ ਦੀ ਨਹੀਂ ਹੈ। ਸਕੇ ਨਹੀਂ ਆਪਣੇ, ਗੁਆਂਢੀਆਂ ਨੇ ਤਾਂ ਭਲਾ ਕੀ ਬਣਨਾ ਹੈ। ਕਹੋ ਕਬੀਰ ਤੇਈ ਨਰ ਭੂਲੇ। ਮੈਂ ਤਾਂ ਜਿੱਥੋਂ ਤੱਕ ਗੁਰਦੁਆਰੇ ਸਮਝਿਆ ਵੀ ਜਿੰਨੇ ਕੁ ਜ਼ਿੰਮੇਵਾਰੀ ਦਾ ਸਮਾਂ ਹੈ, ਪੂਰੀ ਜ਼ਿੰਮੇਵਾਰੀ ਨਾਲ ਸਮਾਂ ਨਿਭਾਉਣਾ ਚਾਹੀਦਾ। ਜਦੋਂ ਵੇਖਿਆ ਵੀ ਧੀ ਪੁੱਤ ਜਵਾਨ ਹੋ ਗਏ ਨੇ, ਆਪਦੇ ਹੁੰਦਿਆਂ ਹੀ ਵੀ ਰੌਲਾ ਨਾ ਪਏ, ਝਗੜਾ ਨਾ ਪਏ, ਸਭ ਨੂੰ ਥਾਂ ਥਾਈਂ ਕਰਕੇ ਵੀ ਕੋਈ ਧਿਆਨ ਰੱਖੇ ਹੀ ਨਾ, ਆਪ ਦਾ ਵੱਖਰਾ ਰੱਖ ਲੈ।
ਭਜਨ ਕਰੇ ਜ਼ਿੰਮੇਵਾਰੀ ਜਿੰਨੀ ਵੀ ਪਾਵਾਂਗੇ ਉਨੀ ਗਲ ਗਲੈਣ ਪਊਗੀ, ਜਿੰਨੀ ਛੱਡਾਂਗੇ ਉਨੀ ਸੁਰਖਰੂ ਹੋਊਗੀ। ਧੀਆਂ ਪੁੱਤ ਨੂੰ ਦੇ ਕੇ ਤੇ ਲਾਂਭੇ ਹੋਵੋ। ਕੁਛ ਆਪਦੀ ਆਤਮਾ ਦਾ ਵੀ ਭਲਾ ਕਰੀਏ। ਕਬੀਰ ਜੀ ਕਹਿੰਦੇ ਵੀ ਉਹ ਪੁਰਖ ਭੁੱਲੇ ਹੋਏ ਨੇ, ਅੱਜ ਭੁੱਲਿਆਂ ਦੀ ਕਥਾ ਹੋਈ ਹੈ। ਖਸਮ ਬੇਸਾਰ ਮਾਟੀ ਸੰਗ ਰੂਲੇ। ਸਾਧ ਸੰਗਤ ਸਮਝੀ ਹੋਈ ਹੈ, ਜਿਹਨੂੰ ਗੁਰਦੁਆਰੇ ਦਾ ਰਸਤਾ ਮਹਾਰਾਜ ਨੇ ਦਿਖਾਤਾ ਤੇ ਆਪ ਦਾ ਸਮਾਂ ਕਰਕੇ ਉਹ ਬੈਠੇ ਹੋਏ ਨੇ। ਤੇ ਜਿਨ੍ਹਾਂ ਤੇ ਮਹਾਰਾਜ ਦੀ ਕਿਰਪਾ ਨਹੀਂ ਹੋਈ ਉਹ ਰੱਬ ਨੂੰ ਭੁਲਾ ਕੇ ਅੰਤ ਨੂੰ ਮਿੱਟੀ ਦੇ ਨਾਲ ਰੁਲ ਜਾਂਦੇ ਨੇ। ਫਰੀਦਾ ਜਿਤ ਤਨ ਬਿਰਹੂ ਨਾ ਉਪਜੈ, ਸੋ ਤਨ ਜਾਨ ਮਸਾਨ। ਉਹ ਮੜੀਆਂ 'ਚ ਜਾਂਦੇ ਨੇ, ਕੋਈ ਉਹਨਾਂ ਦੀ ਬਾਤ ਨਹੀਂ ਪੁੱਛਦਾ ਹੈ। ਜਾਂ ਜਿਨ੍ਹਾਂ ਨੇ ਖਸਮ ਨੂੰ ਵਿਸਾਰਿਆ ਉਹ ਬੰਦੇ ਭੁੱਲ ਕੇ ਮਿੱਟੀ ਦੇ ਨਾਲ ਮਿੱਟੀ ਦੀਆਂ ਜੂਨਾਂ ਦੇ ਵਿੱਚ ਰਲ ਜਾਂਦੇ ਨੇ। ਮੇਰੇ ਬਹੁਤ ਹੀ ਪਿਆਰੇ ਮਿੱਤਰ ਇਕੱਠੇ ਬਹਿੰਦੇ ਖਲੋਂਦੇ ਸੌਂਦੇ ਖਾਂਦੇ ਪੀਂਦੇ ਰਹੇ। ਗਿਆਨੀ ਸੁਖਜਿੰਦਰ ਸਿੰਘ ਜੀ ਸਿੰਘ ਸਾਹਿਬ, ਤੇ ਡਾਕਟਰਾਂ ਨੇ ਆਖਿਆ ਭਈ ਜਿਹੜੀ ਬਿਮਾਰੀ ਹੈ ਖੂਨ ਦੀ ਕੈਂਸਰ, ਇਹ ਦਵਾਈ ਦੇ ਨਾਲ ਠੀਕ ਤਾਂ ਹੋ ਸਕਦੀ ਹੈ, ਤੇ ਕਹਿੰਦੇ ਵੀ ਸਾਈਡ ਇਫੈਕਟ ਕਹਿੰਦੇ ਤੁਹਾਡੇ ਕੇਸ ਝੜ ਜਾਣਗੇ। ਕਹਿੰਦੇ ਨਹੀਂ ਬਾਈ, ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਸੇਵਕ ਜਿਨ੍ਹਾਂ ਦਾ ਸਭ ਤੋਂ ਲੰਬਾ ਦਾੜਾ ਸੀਗਾ, ਉੱਚੇ ਲੰਮੇ ਜਵਾਨ ਸੋਹਣੇ ਸੁਨੱਖੇ ਗਿਆਨੀ ਸਾਹਿਬ ਜੀ, ਦਾੜਾ ਬੜਾ ਸੋਹਣਾ ਪ੍ਰਕਾਸ਼। ਕਹਿੰਦੇ ਵੀ ਮਰਨਾ ਤਾਂ ਇੱਕੋ ਦੇਣੀ ਹੈ, ਜੇ ਰੱਬ ਨੇ ਲਿਖਿਆ ਇਸੇ ਤਰ੍ਹਾਂ ਹੀ ਤੇ ਫਿਰ ਇਸੇ ਤਰ੍ਹਾਂ ਹੀ, ਦਵਾਈ ਨਹੀਂ ਖਾਣੀ, ਕੇਸ ਨਹੀਂ ਚੜ੍ਹਨੇ ਚਾਹੀਦੇ। ਕੇਸਾਂ ਸਵਾਸਾਂ ਸੰਗ ਸਿੱਖੀ ਨਿਭ ਜਾਏ, ਇਹ ਅਰਦਾਸ ਕੀਤੀ ਤਾਂ ਮਹਾਰਾਜ ਨੇ ਸੌਖਾ ਹੀ। ਸੋ ਉਹਨਾਂ ਦੇ ਸਰੀਰ ਨੂੰ ਸਵਾਸਾਂ ਤੋਂ ਅਲੱਗ ਕਰਕੇ ਤੇ ਦੁਨੀਆ ਨੂੰ ਵੇਖੋ ਪਰਿਵਾਰ ਨੂੰ ਫਿਕਰਾਂ 'ਚ ਪਾਤਾ। ਤੇ ਪਰ ਉਹਨਾਂ ਗੁਰਮੁਖਾਂ ਦੀ ਤਾਂ ਇੱਥੇ ਵੀ ਸੱਚਖੰਡ ਤੇ ਪਰਲੋਕ ਦੇ ਵਿੱਚ ਵੀ ਸਾਹਿਬਾਂ ਦੇ ਚਰਨਾਂ 'ਚ ਨਿਵਾਸ, ਉਹਨਾਂ ਦੀ ਚੜ੍ਹਦੀ ਕਲਾ। ਗੁਰੂ ਮਹਾਰਾਜ ਕਿਰਪਾ ਕਰਨ, ਸੋ ਸਰਬੱਤ ਦਾ ਭਲਾ ਕਰਨ ਜੀ। ਇਹ ਕਥਾ ਗੁਰਬਾਣੀ ਦੀ ਹੈ, ਮੈਂ ਵੀ ਆਪ ਦੇ ਨਾਲ ਬੈਠ ਕੇ ਸੁਣੀ ਹੈ। ਸੱਚੇ ਪਾਤਸ਼ਾਹ ਕਬੀਰ ਜੀ ਬਖਸ਼ਿਸ਼ ਕਰਨ, ਇਹ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ ਤਾਂ ਕਿ ਅਸੀਂ ਕਮਾ ਕੇ ਆਪ ਦਾ ਭਲਾ ਕਰ ਸਕੀਏ। ਭੁੱਲ ਚੁੱਕ ਮਾਫ ਕਰਨੀ, ਅੱਗੇ ਤੋਂ ਸਮਤ ਬਖਸ਼ਣੀ ਜੀ। ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਭਇਆ ਪਰਾਇਆ। ਕਹੋ ਕਬੀਰ ਤੇਈ ਨਰ ਭੂਲੇ, ਖਸਮ ਬੇਸਾਰ ਮਾਟੀ ਸੰਗ ਰੂਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਬਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ।